विशाल बेटे अपना 12th चैप्टर है मुगल राज प्रणाली ते शासन प्रबंध। बाबर ते हमायूं से ਜਿਹੜੇ ਉਹਨਾਂ ਨੇ ਰਾਏ ਪ੍ਰਬੰਧ ਦੇ ਵਿੱਚ ਕੋਈ ਸੁਧਾਰ ਨਹੀਂ ਕੀਤਾ ਸੀ। ਅਕਬਰ ਪਹਿਲਾ ਇਹੋ ਜਿਹਾ ਮੁਗਲ ਬਾਦਸ਼ਾਹ ਸੀਗਾ ਜਿਹਨੇ ਵਧੀਆ ਸ਼ਾਸਨ ਪ੍ਰਬੰਧ ਦੀ ਨੀਂਹ ਰੱਖੀ ਸੀ ਤੇ ਉਹਦੀ ਰਾਜ ਪ੍ਰਣਾਲੀ ਦਿੱਲੀ ਦੇ ਸੁਲਤਾਨਾਂ ਦੀ ਰਾਜ ਪ੍ਰਣਾਲੀ ਤੋਂ ਵੱਖਰੀ ਸੀ। ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਵੀ ਅਕਬਰ ਸੀ ਜਿਹੜਾ ਉਹਨੇ ਸ਼ੇਰ ਸ਼ਾਹ ਸੂਰੀ ਦੇ ਦੁਆਰਾ ਜੋ ਵੀ ਸ਼ਾਸਨ ਪ੍ਰਬੰਧ ਦੇ ਸਿਧਾਂਤ ਸੀ ਅਪਣਾਏ ਗਏ ਉਹਨਾਂ ਨੂੰ ਹੀ ਲਾਗੂ ਰੱਖਿਆ ਸੀਗਾ। ਪਰ ਉਹਨੇ ਜਿਹੜੇ ਰਾਜ ਪ੍ਰਬੰਧ ਦੇ ਹਰ ਖੇਤਰ ਵਿੱਚ ਨਾ ਤਾਂ ਕੇਵਲ ਕੋਈ ਸੁਧਾਰ ਹੀ ਕੀਤੇ ਸੀ, ਸਗੋਂ ਕਈ ਨਵੀਆਂ ਪ੍ਰਥਾਵਾਂ ਵੀ ਚਲਾਈਆਂ ਸੀਗੀਆਂ। ਉਸ ਰਾਹੀਂ ਸਥਾਪਿਤ ਕੀਤੇ ਗਏ ਸ਼ਾਸਨ ਪ੍ਰਬੰਧ ਨੂੰ ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ ਇਹਨਾਂ ਨੇ ਉਸੇ ਤਰ੍ਹਾਂ ਹੀ ਅਪਣਾਇਆ ਸੀ। ਔਰੰਗਜ਼ੇਬ ਦੀ ਜਦੋਂ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਸ਼ਾਸਨ ਪ੍ਰਣਾਲੀ ਸੀ ਜਿਹੜੀ ਉਹ ਖੇਰੂ ਖੇਰੂ ਹੋ ਗਈ ਸੀ ਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਅਕਬਰ ਦੇ ਸ਼ਾਸਨ ਪ੍ਰਬੰਧ ਦੀਆਂ ਸੰਸਥਾਵਾਂ ਸੀ ਜਿਹੜੀਆਂ ਉਹਨਾਂ ਨੂੰ ਕਾਫੀ ਹੱਦ ਤੱਕ ਅਪਣਾ ਲਿਆ ਸੀਗਾ। ਪਹਿਲਾਂ ਆਪਾਂ ਪੜਾਂਗੇ ਮੁਗਲ ਰਾਜ ਪ੍ਰਣਾਲੀ ਦੀ ਨਵੀਂ ਵਿਚਾਰਧਾਰਾ ਕਿਹੜੀ ਸੀ। ਅਕਬਰ ਦੇ ਸਮੇਂ ਤੋਂ ਰਾਜ ਪ੍ਰਣਾਲੀ ਦੀ ਨਵੀਂ ਵਿਚਾਰਧਾਰਾ ਪ੍ਰਚਲਿਤ ਹੋਈ ਸੀ ਜਿਹੜੀ ਦਿੱਲੀ ਦੇ ਸੁਲਤਾਨਾਂ ਦੀ ਰਾਜ ਪ੍ਰਣਾਲੀ ਤੋਂ ਅਲੱਗ ਸੀ। ਵੀ ਜਿਹੜੇ ਮੁਗਲਾਂ ਨੇ ਆਪਣੀ ਰਾਜ ਪ੍ਰਣਾਲੀ ਸ਼ੁਰੂ ਕੀਤੀ ਸੀਗੀ ਤੇ ਉਹ ਦਿੱਲੀ ਦੇ ਸੁਲਤਾਨ ਸੀ ਜਿਹੜੇ ਉਹਨਾਂ ਦੀ ਰਾਜ ਪ੍ਰਣਾਲੀ ਤੋਂ ਅਲੱਗ ਸੀਗੀ ਤੇ ਇਹਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਸੀ। ਪਹਿਲਾ ਸੀ ਉਲਮਾ ਦੇ ਪ੍ਰਭਾਵ ਦਾ ਖਾਤਮਾ। ਸ਼ੁਰੂ ਦੇ ਵਿੱਚ ਤਾਂ ਮੁਗਲ ਬਾਦਸ਼ਾਹ ਦੂਜੇ ਦੇਸ਼ਾਂ ਦੇ ਮੁਸਲਮਾਨ ਬਾਦਸ਼ਾਹਾਂ ਤੇ ਦਿੱਲੀ ਦੇ ਸੁਲਤਾਨਾਂ ਦੇ ਵਾਂਗ ਇਸਲਾਮੀ ਕਾਨੂੰਨ ਅਨੁਸਾਰ ਰਾਜ ਪ੍ਰਬੰਧ ਚਲਾਉਂਦੇ ਰਹੇ। ਵੀ ਪਹਿਲਾਂ ਤਾਂ ਜਿੰਨੇ ਵੀ ਮੁਗਲ ਬਾਦਸ਼ਾਹ ਆਏ ਸੀਗੇ ਉਹਨਾਂ ਨੇ ਜਿਸ ਤਰ੍ਹਾਂ ਦਿੱਲੀ ਦੇ ਸੁਲਤਾਨ ਆਪਣਾ ਸ਼ਾਸਨ ਪ੍ਰਬੰਧ ਚਲਾਉਂਦੇ ਸੀਗੇ ਉਸੇ ਤਰ੍ਹਾਂ ਹੀ ਇਹਨਾਂ ਨੇ ਵੀ ਚਲਾਉਣਾ ਸ਼ੁਰੂ ਕਰਤਾ ਸੀਗਾ। ਉਹ ਮੁਸਲਿਮ ਪਰਜਾ ਦੀਆਂ ਇੱਛਾਵਾਂ ਤੇ ਉਲਮਾ ਦੀਆਂ ਹਦਾਇਤਾਂ ਦੇ ਅਨੁਸਾਰ ਪ੍ਰਸ਼ਾਸਨ ਦਾ ਕੰਮ ਕਰਦੇ ਸੀ। ਪਰ ਹੌਲੀ ਹੌਲੀ ਉਹਨਾਂ ਦੇ ਵਿਚਾਰਾਂ ਦੇ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਤੇ ਅਕਬਰ ਨੇ ਸ਼ਾਸਨ ਪ੍ਰਬੰਧ ਦੇ ਜਿਹੜੇ ਮਾਮਲੇ ਸੀ ਉਹਨਾਂ ਦੇ ਵਿੱਚ ਉਲਮਾ ਦੇ ਪ੍ਰਭਾਵ ਨੂੰ ਖਤਮ ਕਰਨਾ ਸ਼ੁਰੂ ਕਰਤਾ ਸੀ। ਸਤੰਬਰ 1579 ਈਸਵੀ ਦੇ ਵਿੱਚ ਇੱਕ ਪੱਤਰ ਤਿਆਰ ਕੀਤਾ ਗਿਆ ਸੀ ਜਿਹਦੇ ਵਿੱਚ ਸਾਮਰਾਜ ਦੇ ਪ੍ਰਸਿੱਧ ਉਲਮਾ ਨੇ ਹਸਤਾਖਰ ਕੀਤੇ ਸੀ। ਇਹਨੂੰ ਕਹਿੰਦੇ ਸੀ ਮਹਿਜਰ ਜਾਂ ਅਭੁੱਲਤਾ ਆਗਿਆ ਪੱਤਰ। ਆਪਾਂ ਪਹਿਲਾਂ ਅਭੁੱਲਤਾ ਆਗਿਆ ਪੱਤਰ ਬਾਰੇ ਪੜ੍ਹ ਚੁੱਕੇ ਹਾਂ 10ਵੇਂ ਚੈਪਟਰ ਦੇ ਵਿੱਚ। ਇਸ ਬਾਰੇ ਇਹ ਕੀ ਕਿਹਾ ਗਿਆ ਸੀਗਾ ਵੀ ਇਸਲਾਮੀ ਕਾਨੂੰਨ ਦੀ ਵਿਆਖਿਆ ਬਾਰੇ ਮਤਭੇਦ ਹੋ ਜਾਣ ਦੀ ਹਾਲਤ ਦੇ ਵਿੱਚ ਅਕਬਰ ਦਾ ਨਿਰਣਾ ਮੰਨ ਲਿਆ ਜਾਵੇਗਾ ਅਤੇ ਪਰਜਾ ਦੀ ਭਲਾਈ ਲਈ ਬਾਦਸ਼ਾਹ ਵੱਲੋਂ ਜਾਰੀ ਕੀਤਾ ਗਿਆ ਕੋਈ ਵੀ ਫਰਮਾਨ ਹੈ ਜਿਹੜਾ ਪ੍ਰਵਾਨ ਕਰ ਲਿਆ ਜਾਵੇਗਾ। ਪਰੰਤੂ ਇਹ ਨਿਰਣੇ ਤੇ ਫਰਮਾਨ ਸੀ ਜਿਹੜੇ ਉਹ ਕੁਰਾਨ ਵਿੱਚ ਦਿੱਤੇ ਗਏ ਨਿਯਮਾਂ ਦੇ ਅਨੁਸਾਰ ਹੋਣੇ ਚਾਹੀਦੇ ਆ। ਇਸ ਤਰ੍ਹਾਂ ਨਾ ਕੇਵਲ ਮੁਸਲਿਮ ਧਾਰਮਿਕ ਵਰਗ ਦੀ ਸ਼ਾਸਨ ਪ੍ਰਬੰਧ ਵਿੱਚ ਅਨੁਚਿਤ ਦਖਲ ਅੰਦਾਜ਼ੀ ਦੀ ਸੰਭਾਵਨਾ ਹੀ ਸਮਾਪਤ ਹੋਈ ਸੀ, ਸਗੋਂ ਮੁਗਲ ਬਾਦਸ਼ਾਹ ਇਸਲਾਮ ਧਰਮ ਦੀ ਵੀ ਸਰਵਉੱਚ ਸ਼ਕਤੀ ਬਣ ਗਿਆ ਸੀ। ਵੀ ਇਹਨਾਂ ਨੇ ਉਲਮਾ ਦਾ ਪ੍ਰਭਾਵ ਸੀ ਜਿਹੜਾ ਉਹਨੂੰ ਖਤਮ ਕਰਤਾ ਸੀ। ਉਸ ਤੋਂ ਬਾਅਦ ਇਹਨਾਂ ਨੇ ਇੱਕ ਅਭੁੱਲਤਾ ਆਗਿਆ ਪੱਤਰ ਨਿਯੁਕਤ ਕੀਤਾ ਸੀ, ਲਿਖਿਆ ਸੀਗਾ। ਉਹਦੇ ਵਿੱਚ ਇਹ ਸੀਗਾ ਵੀ ਜੋ ਵੀ ਨਿਰਣੇ ਲਏ ਜਾਣਗੇ ਉਹ ਸਾਰੇ ਨਿਰਣੇ ਜਿਹੜੇ ਕੁਰਾਨ ਦੇ ਵਿੱਚ ਦਿੱਤੇ ਗਏ ਜਿਹੜੇ ਨਿਯਮ ਆ ਉਹਨਾਂ ਦੇ ਅਨੁਸਾਰ ਹੀ ਹੋਣੇ ਚਾਹੀਦੇ ਹੈ ਤੇ ਉਹਦੇ ਅਨੁਸਾਰ ਹੀ ਜਿਹੜਾ ਸ਼ਾਸਨ ਪ੍ਰਬੰਧ ਆ ਉਸਨੂੰ ਲਾਗੂ ਕੀਤਾ ਜਾਵੇਗਾ। ਸੈਕਿੰਡ ਕੀ ਹੈ ਰਾਜਪਦ ਦੀ ਰੱਬੀ ਵਿਚਾਰਧਾਰਾ। ਮੁਗਲ ਬਾਦਸ਼ਾਹ ਰਾਜਪਦ ਦੀ ਰੱਬੀ ਵਿਚਾਰਧਾਰਾ ਉੱਤੇ ਵਿਸ਼ਵਾਸ ਰੱਖਦੇ ਸੀਗੇ। ਇਸੇ ਤਰ੍ਹਾਂ ਹੀ ਅਬੁਲ ਫਜ਼ਲ ਜਿਹੜੇ ਉਹਨੇ ਵਿਆਖਿਆ ਕੀਤੀ ਹੈ ਉਹਨੇ ਕੀ ਲਿਖਿਆ ਵੀ ਰਾਜ ਸ਼ਕਤੀ ਅੱਲਾਹ ਤੋਂ ਫੁੱਟਣ ਵਾਲਾ ਚਾਨਣ ਤੇ ਸੂਰਜ ਤੋਂ ਨਿਕਲਣ ਵਾਲੀ ਕਿਰਨ ਹੈ। ਉਹਨੇ ਇਹ ਵੀ ਕਿਹਾ ਵੀ ਰਾਜਾ ਦਾ ਜਿਹੜਾ ਪਦ ਆ ਉਹ ਰੱਬ ਦੀ ਦੇਣ ਹੈ ਤੇ ਇਹ ਪਦ ਕਿਸੇ ਵਿਅਕਤੀ ਨੂੰ ਉਦੋਂ ਤੱਕ ਨਹੀਂ ਬਖਸ਼ਿਆ ਜਾਂਦਾ ਜਦੋਂ ਤੱਕ ਉਹਦੇ ਵਿੱਚ ਹਜ਼ਾਰਾਂ ਗੁਣ ਹੈ ਜਿਹੜੇ ਮੌਜੂਦ ਨਾ ਹੋ ਜਾਣ। ਵੀ ਸਾਰੇ ਗੁਣ ਜਿਹੜੇ ਉਹਦੇ ਵਿੱਚ ਹੋਣੇ ਚਾਹੀਦੇ ਆ ਜਿਹੜਾ ਵੀ ਕੋਈ ਬਾਦਸ਼ਾਹ ਬਣਨਾ ਚਾਹੁੰਦਾ ਹੈ। ਮੁਗਲ ਬਾਦਸ਼ਾਹ ਆਪਣੇ ਆਪ ਨੂੰ ਰੱਬ ਦੇ ਪ੍ਰਤੀ ਨੇ ਸਮਝਦੇ ਸੀਗੇ ਤੇ ਅਕਬਰ, ਜਹਾਂਗੀਰ, ਸ਼ਾਹਜਹਾਂ ਤੇ ਔਰੰਗਜ਼ੇਬ ਇਹ ਜਿਹੜੇ ਮੁਗਲ ਬਾਦਸ਼ਾਹ ਹੋਏ ਆ ਇਹਨਾਂ ਨੇ ਜਿਲ ਏ ਅੱਲਾ ਜਾਂ ਰੱਬ ਦਾ ਪਰਛਾਵਾਂ ਆਪਣੇ ਆਪ ਨੂੰ ਇਹਨਾਂ ਨੇ ਖਿਤਾਬ ਲੈ ਦਿੱਤਾ ਸੀਗਾ। ਅਕਬਰ ਕੀ ਕਹਿੰਦਾ ਸੀ ਵੀ ਰਾਜਿਆਂ ਦਾ ਦਰਸ਼ਨ ਹੈ ਜਿਹੜਾ ਰੱਬ ਦੀ ਪੂਜਾ ਦਾ ਇੱਕ ਅੰਗ ਮੰਨਿਆ ਗਿਆ ਤੇ ਉਹਨਾਂ ਦਾ ਦਰਸ਼ਨ ਕਰਨਾ ਰੱਬ ਨੂੰ ਯਾਦ ਕਰਨ ਦਾ ਇੱਕ ਨਿਰਸੰਦੇਹ ਸਾਧਨ ਹੈ। ਰਾਜ ਪਦ ਸੰਬੰਧੀ ਅਜਿਹੇ ਵਿਚਾਰਾਂ ਨੇ ਮੁਗਲ ਸਮਰਾਟਾਂ ਦੀ ਸ਼ਕਤੀ ਨੂੰ ਮਜ਼ਬੂਤ ਕਰਤਾ ਸੀਗਾ ਤੇ ਪਰਜਾ ਦੇ ਦਿਲਾਂ ਦੇ ਵਿੱਚ ਉਹਨਾਂ ਦੇ ਪ੍ਰਤੀ ਸ਼ਰਧਾ ਸੀ ਜਿਹੜੀ ਉਹ ਵਧਣੀ ਸ਼ੁਰੂ ਹੋ ਗਈ ਸੀ ਤੇ ਹਜ਼ਾਰਾਂ ਲੋਕ ਹਰ ਰੋਜ਼ ਸਵੇਰੇ ਉੱਠ ਕੇ ਪਹਿਲਾਂ ਮੁਗਲ ਬਾਦਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀਗੇ। ਤੀਸਰਾ ਕੀ ਹੈ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਦੇ ਵਿੱਚ ਬਰਾਬਰੀ। ਰਾਜਪਾਲ ਦੇ ਇਸਲਾਮੀ ਸਥਾਨ ਦੀ ਉਲੰਘਣਾ ਕਰਦੇ ਹੋਏ ਮੁਗਲ ਸਮਰਾਟ ਸੀ ਜਿਹੜੇ ਉਹਨਾਂ ਨੇ ਮੁਸਲਮਾਨਾਂ ਤੇ ਗੈਰ ਮੁਸਲਮਾਨਾਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸੀਗੇ। ਅਕਬਰ ਸੀ ਜਿਹੜਾ ਉਹ ਹੀ ਪਹਿਲਾ ਮੁਗਲ ਬਾਦਸ਼ਾਹ ਸੀਗਾ ਜਿਹਨੇ ਸਾਮਰਾਜ ਨੂੰ ਦ੍ਰਿੜ ਬਣਾਉਣ ਦੇ ਵਾਸਤੇ, ਸਾਮਰਾਜ ਨੂੰ ਮਜ਼ਬੂਤ ਕਰਨ ਦੇ ਵਾਸਤੇ ਹਿੰਦੂਆਂ ਨੂੰ ਜਿਹੜੇ ਜ਼ਿਆਦਾ ਸੰਖਿਆ ਦੇ ਵਿੱਚ ਸੀ ਉਹਨਾਂ ਨੂੰ ਮੁਸਲਮਾਨਾਂ ਦੇ ਬਰਾਬਰ ਅਧਿਕਾਰ ਦਿੱਤੇ ਸੀਗੇ।
ਇਸਲਾਮੀ ਕਾਨੂੰਨ ਦੇ ਵਿਰੁੱਧ ਉਸਨੇ ਹਿੰਦੂਆਂ ਤੋਂ ਜਜ਼ੀਆ ਕਰ ਹਟਾਤਾ ਸੀਗਾ, ਜਿਹੜੀਆਂ ਨਜਾਇਜ਼ ਪਾਬੰਦੀਆਂ ਲੱਗੀਆਂ ਸੀ ਉਹਨਾਂ ਨੂੰ ਵੀ ਹਟਾਤਾ ਸੀ, ਤੇ ਉਹਨੇ ਹਿੰਦੂਆਂ ਨੂੰ ਉੱਚੇ ਸਰਕਾਰੀ ਪਦਾਂ ਦੇ ਉੱਤੇ ਵੀ ਨਿਯੁਕਤ ਕਰਤਾ ਸੀ। ਅਸਲ ਦੇ ਵਿੱਚ ਇਸ ਮਹਾਨ ਮੁਗਲ ਬਾਦਸ਼ਾਹ ਨੇ ਧਰਮ ਅਤੇ ਜਾਤੀ ਦੇ ਭੇਦਭਾਵ ਦੀ ਕੋਈ ਵੀ ਪ੍ਰਵਾਹ ਨਹੀਂ ਕੀਤੀ ਸੀ ਤੇ ਯੋਗਤਾ ਦੇ ਆਧਾਰ ਤੇ ਸਰਕਾਰੀ ਪਦ ਦੇਣੇ ਸ਼ੁਰੂ ਕਰਦੇ ਸੀਗੇ। ਹਿੰਦੂਆਂ ਦੇ ਦੂਜੇ ਗੈਰ ਮੁਸਲਮਾਨ ਜਿਵੇਂ ਹੋ ਗਏ ਬੋਧੀ, ਜੈਨੀ, ਪਾਰਸੀ, ਈਸਾਈ, ਇਹਨਾਂ ਨੂੰ ਵੀ ਆਪਣੇ ਆਪਣੇ ਢੰਗਾਂ ਦੇ ਅਨੁਸਾਰ ਪੂਜਾ ਕਰਨ ਦੀ ਆਜ਼ਾਦੀ ਦੇਤੀ ਸੀਗੀ। ਆਪਣੇ ਆਪਣੇ ਧਾਰਮਿਕ ਰੀਤੀ ਰਿਵਾਜ ਸੀ ਜਿਹੜੇ ਉਹ ਵੀ ਉਹਨਾਂ ਦੀ ਪਾਲਣਾ ਕਰ ਸਕਦੇ ਸੀਗੇ। ਮੁਸਲਮਾਨ ਕੱਟੜਪੰਥੀਆਂ ਨੇ ਅਕਬਰ ਦੇ ਅਜਿਹੇ ਉਦਾਰ ਤੇ ਇਸਲਾਮੀ ਵਿਰੋਧੀ ਕਾਰਜਾਂ ਦਾ ਵਿਰੋਧ ਕੀਤਾ ਸੀ ਤੇ ਕਈ ਸਥਾਨਾਂ ਤੇ ਉਹਨਾਂ ਨੇ ਬਗਾਵਤਾਂ ਵੀ ਕਰਤੀਆਂ ਸੀ, ਜਿਹੜੇ ਕੱਟੜ ਮੁਸਲਮਾਨ ਸੀਗੇ ਉਹਨਾਂ ਨੇ। ਪਰ ਮੁਗਲ ਬਾਦਸ਼ਾਹ ਇਹਨਾਂ ਬਗਾਵਤਾਂ ਨੂੰ ਦਬਾਉਣ ਦੇ ਵਿੱਚ ਸਫਲ ਰਿਹਾ ਸੀਗਾ। ਉਹਨਾਂ ਨੇ ਸਾਰਿਆਂ ਦੀ ਜਿੰਨੇ ਵੀ ਵਿਦਰੋਹ ਹੋਏ ਸੀ ਸਾਰਿਆਂ ਨੂੰ ਦਬਾਤਾ ਸੀਗਾ। ਅਕਬਰ ਨੇ ਅਜਿਹੇ ਉਦਾਰ ਕਾਰਜਾਂ ਰਾਹੀਂ ਮੁਗਲ ਸ਼ਾਸਨ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਸੀ। ਇਹ ਭਾਰਤ ਨੂੰ ਉਸਦੀ ਇੱਕ ਅਤੀ ਮਹੱਤਵਪੂਰਨ ਦੇਣ ਮੰਨੀ ਜਾਂਦੀ ਹੈ। ਉਹਦੇ ਤੋਂ ਪਿੱਛੋਂ ਜਹਾਂਗੀਰ ਤੇ ਸ਼ਾਹਜਹਾਂ ਸੀ ਜਿਹੜਾ ਉਹਨਾਂ ਨੇ ਸ਼ਾਸਨ ਪ੍ਰਣਾਲੀ ਦੇ ਵਿੱਚ ਜਿਹੜੇ ਕੁਝ ਸਿਧਾਂਤ ਸੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਸੀਗਾ। ਪਰ ਕੱਟੜ ਸੁੰਨੀ ਬਾਦਸ਼ਾਹ ਜਦੋਂ ਔਰੰਗਜ਼ੇਬ ਆਇਆ ਸੀਗਾ ਉਹਨਾਂ ਨੇ ਇਸਲਾਮੀ ਸਿਧਾਂਤਾਂ ਦੇ ਅਨੁਸਾਰ ਹਿੰਦੂਆਂ ਦੇ ਉੱਤੇ ਦੁਬਾਰਾ ਫਿਰ ਜਜ਼ੀਆ ਕਰ ਤੇ ਹੋਰ ਜਿਹੜੀਆਂ ਬੰਦਿਸ਼ਾਂ ਸੀ ਉਹ ਲਗਾਉਣੀਆਂ ਸ਼ੁਰੂ ਕਰਤੀਆਂ ਸੀ। ਵਿਸ਼ਾਲ ਵੈਸੇ ਇਹ ਜਿਹੜੇ ਚੈਪਟਰ ਹੈ ਲਾਸਟ ਵਾਲਾ ਚੈਪਟਰ ਆਪਣਾ, ਪਿਛਲੇ ਜਿੰਨੇ ਆਪਾਂ 2-3 ਚੈਪਟਰ ਕੀਤੇ ਆ, ਹੁਣ ਮੈਨੂੰ 10ਵੇਂ ਤੋਂ ਤਾਂ ਪਤਾ ਹੀ ਹੈ, 10ਵਾਂ 11ਵਾਂ ਹੋ ਗਿਆ, ਉਹਨਾਂ ਦੇ ਵਿੱਚੋਂ ਹੀ ਸਾਰਾ ਨਿਚੋੜ ਹੈ ਜੋ ਉਹਨਾਂ ਦੇ ਵਿੱਚ ਪੜਿਆ ਉਹੀ ਇਸ ਚੈਪਟਰ ਦੇ ਵਿੱਚ ਹੈ। ਉਸ ਤੋਂ ਅੱਗੇ ਆਪਣਾ ਹੈਗਾ ਪਰਜਾ ਦੀ ਭਲਾਈ। ਮੁਗਲ ਬਾਦਸ਼ਾਹ ਅਮਲੀ ਰੂਪ ਵਿੱਚ ਨਿਰੰਕੁਸ਼ ਹਾਕਮ ਸੀ, ਪਰੰਤੂ ਉਹਨਾਂ ਨੂੰ ਉਪਕਾਰੀ ਤਾਨਾਸ਼ਾਹ ਕਹਿਣਾ ਵਧੇਰੇ ਉਚਿਤ ਹੋਵੇਗਾ। ਉਹ ਉੱਚੇ ਰਾਜਨੀਤਿਕ ਆਦਰਸ਼ ਵਿੱਚ ਵਿਸ਼ਵਾਸ ਰੱਖਦੇ ਸੀ। ਉਹ ਇਹ ਸਮਝਦੇ ਸੀ ਵੀ ਪਰਜਾ ਦੀ ਭਲਾਈ ਕਰਨਾ ਸਾਡਾ ਫਰਜ਼ ਹੈ ਤੇ ਅਕਬਰ ਨੇ ਆਪ ਹੀ ਕਿਹਾ ਸੀ ਵੀ ਅਤਿਆਚਾਰ ਕਰਨਾ ਹਰ ਇੱਕ ਮਨੁੱਖ ਲਈ ਅਨੁਚਿਤ ਹੈ ਤੇ ਵਿਸ਼ੇਸ਼ ਕਰਕੇ ਬਾਦਸ਼ਾਹ ਲਈ ਜੋ ਪਰਜਾ ਦਾ ਰੱਖਿਅਕ ਹੁੰਦਾ ਹੈ। ਦੂਜੇ ਮੁਗਲ ਬਾਦਸ਼ਾਹ ਸੀ ਜਿਹੜੇ ਉਹਨਾਂ ਨੇ ਵੀ ਪਰਜਾ ਦੀ ਭਲਾਈ ਦੇ ਯਤਨ ਕਰਨੇ ਸ਼ੁਰੂ ਕਰ ਦਿੱਤੇ ਸੀਗੇ ਤੇ ਜਦੋਂ ਔਰੰਗਜ਼ੇਬ ਨੂੰ ਉਸਦੇ ਇੱਕ ਅਧਿਕਾਰੀ ਨੇ ਸੁਝਾਅ ਦਿੱਤਾ ਸੀ ਕਿ ਉਸ ਨੂੰ ਆਪਣੀ ਸਿਹਤ ਰੱਖਣ ਦੇ ਲਈ ਆਰਾਮ ਕਰਨਾ ਚਾਹੀਦਾ ਤਾਂ ਬੁੱਢੇ ਬਾਦਸ਼ਾਹ ਨੇ ਕੀ ਉੱਤਰ ਦਿੱਤਾ ਸੀ ਵੀ ਕੁਦਰਤ ਨੇ ਮੈਨੂੰ ਬਾਦਸ਼ਾਹ ਦੇ ਘਰ ਜਨਮ ਦੇ ਕੇ ਅਤੇ ਰਾਜਗੱਦੀ ਉੱਤੇ ਬਿਠਾ ਕੇ ਸੰਸਾਰ ਵਿੱਚ ਇਸ ਲਈ ਭੇਜਿਆ ਤਾਂ ਜੋ ਮੈਂ ਆਪਣੇ ਲਈ ਨਹੀਂ ਸਗੋਂ ਦੂਜਿਆਂ ਦੇ ਲਈ ਜਿਉਂਦਾ ਰਹਾਂ ਤੇ ਮਿਹਨਤ ਕਰਾਂ। ਮੇਰਾ ਇਹੀ ਫਰਜ਼ ਬਣਦਾ ਵੀ ਮੈਂ ਆਪਣੇ ਸੁੱਖ ਦੇ ਬਾਰੇ ਨਾ ਸੋਚਾਂ, ਦੂਜਿਆਂ ਦੇ ਸੁੱਖਾਂ ਦੇ ਵਿੱਚ ਹੀ ਆਪਣੇ ਸੁੱਖ ਸਮਝਾਂ। ਉਸਨੇ ਸ਼ਹਿਜ਼ਾਦਾ ਮੁਅੱਜ਼ਮ ਨੂੰ ਬਾਦਸ਼ਾਹ ਦੇ ਫਰਜ਼ ਸਮਝਾਉਂਦੇ ਹੋਏ ਦੱਸਿਆ ਵੀ ਬਾਦਸ਼ਾਹ ਨੂੰ ਐਸ਼ਪ੍ਰਸਤ ਤੇ ਆਰਾਮ ਪਸੰਦ ਨਹੀਂ ਹੋਣਾ ਚਾਹੀਦਾ ਕਿਉਂਕਿ ਰਾਜ ਦੇ ਪੱਤਨ ਅਤੇ ਰਾਜਸੀ ਸ਼ਕਤੀ ਦੇ ਨਾਸ਼ ਦਾ ਸਭ ਤੋਂ ਵੱਡਾ ਕਾਰਨ ਉਸਦੀ ਇਹ ਆਰਾਮ ਪ੍ਰਸਤ ਵਾਲੀ ਹੀ ਬੁਰੀ ਆਦਤ ਹੈ। ਨੰਬਰ 5 ਲੋਕਾਂ ਨਾਲ ਪੂਰਾ ਨਿਆਂ। ਸਾਰੇ ਮਹਾਨ ਮੁਗਲ ਬਾਦਸ਼ਾਹ ਪਰਜਾ ਦੇ ਨਾਲ ਪੂਰਨ ਤੌਰ ਤੇ ਨਿਆਂ ਕਰਨ ਵਿੱਚ ਸਭ ਤੋਂ ਵੱਡਾ ਤੇ ਪਵਿੱਤਰ ਫਰਜ਼ ਸਮਝਦੇ ਸੀਗੇ। ਹਮਾਯੂ ਸੀ ਜਿਹੜਾ ਉਹਨੇ ਇੱਕ ਤਬਲਾ-ਏ-ਅਦਰ ਭਾਵ ਕਿ ਇਹ ਨਿਆਂ ਦਾ ਇੱਕ ਢੋਲ ਸੀਗਾ ਜਿਹੜਾ ਰਾਜ ਮਹਿਲਾਂ ਦੇ ਵਿੱਚ ਬਾਹਰਲੇ ਪਾਸੇ ਰੱਖਿਆ ਹੋਇਆ ਸੀਗਾ ਤੇ ਅਕਬਰ ਵਿੱਚ ਤਾਂ ਨਿਆਂ ਲਈ ਇੰਨੀ ਉੱਚੀ ਭਾਵਨਾ ਪਾਈ ਜਾਂਦੀ ਸੀ ਕਿ ਉਹ ਆਪ ਕਹਿੰਦਾ ਸੀ ਜੇਕਰ ਮੈਂ ਕਿਸੇ ਅਨਿਆਂ ਲਈ ਅਪਰਾਧੀ ਹੋਵਾਂਗਾ ਤਾਂ ਮੈਂ ਆਪਣੇ ਵਿਰੁੱਧ ਵੀ ਫੈਸਲਾ ਜ਼ਰੂਰ ਕਰਾਂਗਾ। ਜਹਾਂਗੀਰ ਦੀ ਨਿਆਂ ਦੀ ਸੁਨਹਿਰੀ ਜੰਜੀਰ ਇਹ ਕਹਾਵਤ ਬਣ ਚੁੱਕੀ ਸੀ। ਸ਼ਾਹਜਹਾਂ ਤੇ ਔਰੰਗਜ਼ੇਬ ਸੀ ਜਿਹੜੇ ਉਹ ਵੀ ਨਿਆਂ ਪਸੰਦ ਸ਼ਾਸਕ ਸੀਗੇ ਤੇ ਇੱਕ ਵਿਦੇਸ਼ੀ ਯਾਤਰੀ ਨੇ ਔਰੰਗਜ਼ੇਬ ਨੂੰ ਨਿਆਂ ਦਾ ਸਮੁੰਦਰ ਕਹਿ ਕੇ ਉਹਦੀ ਸ਼ਲਾਘਾ ਕੀਤੀ ਹੈ। ਨੰਬਰ 6 ਹੈ ਸਾਮੰਤੀ ਵਿਵਸਥਾ। ਮੁਗਲ ਸਮਰਾਟਾਂ ਦੀ ਜਿਹੜੀ ਰਾਜ ਪ੍ਰਣਾਲੀ ਸੀ ਉਹਦੀ ਇੱਕ ਵਿਸ਼ੇਸ਼ਤਾ ਕੀ ਸੀਗੀ ਵੀ ਸਾਮੰਤੀ ਵਿਵਸਥਾ ਸੀ ਜਿਹੜੀ ਉਹਨੂੰ ਵੱਡੇ ਪੈਮਾਨੇ ਤੇ ਉਹਨਾਂ ਨੇ ਪ੍ਰਚਲਿਤ ਕੀਤਾ ਸੀਗਾ। ਅਕਬਰ ਨੇ ਬਹੁਤ ਸਾਰੇ ਸਥਾਨਿਕ ਹਾਕਮ ਜਿਹੜੇ ਜਿਵੇਂ ਜੈਪੁਰ ਦੇ ਹੋ ਗਏ, ਬੀਕਾਨੇਰ, ਜੈਸਲਮੇਰ, ਜੋਧਪੁਰ, ਰਣਥੰਭੋਰ, ਕਾਲਿੰਜਰ, ਇਹਨਾਂ ਦੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਆਪਣੇ ਸਮੰਤ ਬਣਾਇਆ ਸੀਗਾ ਤੇ ਇਹਨਾਂ ਹਾਕਮਾਂ ਨੇ ਅਕਬਰ ਦੀ ਈਨਤਾ ਵੀ ਮੰਨੀ ਸੀਗੀ ਵੀ ਉਹਨਾਂ ਦੇ ਅਧੀਨ ਇਹ ਹੋ ਗਏ ਸੀਗੇ, ਅਕਬਰ ਦੇ ਅਧੀਨ ਹੋ ਗਏ ਸੀ ਇਹ ਸਾਰੇ ਹਾਕਮ ਸੀ ਜਿਹੜੇ। ਉਹਨਾਂ ਨੂੰ ਸਾਲਾਨਾ ਰਕਮ ਭੇਜਦੇ ਸੀਗੇ। ਉਹ ਮੁਗਲ ਸਾਮਰਾਜ ਪ੍ਰਤੀ ਸੈਨਿਕ ਸੇਵਾ ਵੀ ਕਰਦੇ ਸੀ। ਸਮਰਾਟ ਦੇ ਹੁਕਮ ਤੇ ਆਪਣੀ ਜਿਹੜੀ ਫੌਜਾਂ ਲੈ ਕੇ ਹਾਜ਼ਰ ਹੋ ਜਾਂਦੇ ਸੀ ਵੀ ਜ਼ਿਆਦਾਤਰ ਫੌਜਾਂ ਜਿਹੜੀਆਂ ਹੁੰਦੀਆਂ ਸੀ ਨਾ ਸਮੰਤਾਂ ਦੇ ਅਧੀਨ ਹੁੰਦੀਆਂ ਸੀ। ਉਹ ਸਮੰਤ ਸੀ ਜਿਹੜੇ ਉਹਨਾਂ ਦੁਆਰਾ ਹੀ ਉਹਨਾਂ ਸੈਨਿਕਾਂ ਨੂੰ ਸਾਰੀ ਸਿਖਲਾਈ ਦਿੱਤੀ ਜਾਂਦੀ ਸੀ ਤੇ ਲੋੜ ਪੈਣ ਤੇ ਉਹ ਰਾਜੇ ਦੀ ਮਦਦ ਕਰਦੇ ਸੀਗੇ। ਸਮਰਾਟ ਸੀ ਜਿਹੜਾ ਉਹਨਾਂ ਦੇ ਅੰਦਰੂਨੀ ਮਾਮਲੇ ਸੀ ਜਿਹੜੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਨਹੀਂ ਦਿੰਦਾ ਸੀ ਤੇ ਉਹਨਾਂ ਨੂੰ ਆਪਣੀ ਇੱਛਾ ਦੇ ਅਨੁਸਾਰ ਰਾਜ ਪ੍ਰਬੰਧ ਦਾ ਕੰਮਕਾਜ ਚਲਾਉਣ ਦਾ ਪੂਰਾ ਅਧਿਕਾਰ ਹੁੰਦਾ ਸੀ। ਕਈ ਸਮੰਤ ਸੀ ਜਿਹੜੇ ਮੁਗਲ ਸਰਕਾਰ ਅਧੀਨ ਮਨਸਬਦਾਰ ਵੀ ਬਣ ਗਏ ਸੀਗੇ ਤੇ ਇਹਨਾਂ ਦੀਆਂ ਜ਼ਗੀਰਾਂ ਜਿਹੜੀਆਂ ਜੱਦੀ ਹੁੰਦੀਆਂ ਸੀ ਜਿਨ੍ਹਾਂ ਨੂੰ ਵਤਨ ਜ਼ਗੀਰਾਂ ਕਿਹਾ ਜਾਂਦਾ ਹੈ ਤੇ ਇਹਨਾਂ ਵਿੱਚੋਂ ਬਹੁਤੇ ਸਮੰਤ ਸੀ ਹਿੰਦੂ ਤੇ ਕੁਝ ਮੁਸਲਮਾਨ ਵੀ ਸੀਗੇ। ਉਸ ਤੋਂ ਅੱਗੇ 7ਵਾਂ ਪੁਆਇੰਟ ਹੈਗਾ ਵਿਦੇਸ਼ੀ ਤੇ ਦੇਸ਼ੀ ਤੱਤਾਂ ਦਾ ਸੁਮੇਲ। ਮੁਗਲਾਂ ਦੀ ਰਾਜ ਪ੍ਰਣਾਲੀ ਸੀ ਜਿਹੜੀ ਉਹ ਵਿਦੇਸ਼ੀ ਤੇ ਦੇਸ਼ੀ ਤੱਤਾਂ ਦਾ ਸੁਮੇਲ ਸੀ।
ਜਦੋਂ ਭਾਰਤ ਦੇ ਵਿੱਚ ਮੁਗਲ ਰਾਜ ਸਥਾਪਿਤ ਹੋਇਆ ਸੀ ਤਾਂ ਮੁਗਲ ਹਾਕਮਾਂ ਨੇ ਈਰਾਨ ਤੇ ਅਰਬ ਦੇ ਰਾਜਾਂ ਦੇ ਵਿੱਚ ਪ੍ਰਚਲਿਤ ਅਬਾਸੀਦ ਖਲੀਫਿਆਂ ਦੀ ਪ੍ਰਣਾਲੀ ਸ਼ਾਸਨ ਪ੍ਰਣਾਲੀ ਸੀ ਜਿਹੜੀ ਉਸ ਨੂੰ ਲਾਗੂ ਕਰ ਲਿਆ ਸੀਗਾ। ਪਰ ਹੌਲੀ ਹੌਲੀ ਉਹਨਾਂ ਨੇ ਇਸ ਦੇਸ਼ ਦੇ ਵਿੱਚ ਪ੍ਰਾਚੀਨ ਕਾਲ ਤੋਂ ਪ੍ਰਚਲਿਤ ਰਾਜ ਪ੍ਰਬੰਧ ਦੀਆਂ ਕੁਝ ਸੰਸਥਾਵਾਂ ਸੀ ਜਿਨ੍ਹਾਂ ਨੂੰ ਅਪਣਾਇਆ ਸੀਗਾ। ਤੇ ਆਮ ਤੌਰ ਤੇ ਜਿਹੜੀ ਉਹਨਾਂ ਨੇ ਇਹ ਵੀ ਮੰਨਿਆ ਸੀ ਵੀ ਜਿਹੜੇ ਮੁਗਲ ਹਾਕਮ ਹੈ ਉਹਨਾਂ ਨੇ ਆਪਣੇ ਦਰਬਾਰ ਦੇ ਵਿੱਚ ਕੇਂਦਰੀ ਰਾਜ ਪ੍ਰਬੰਧ ਤੇ ਨਿਆਂ ਪ੍ਰਣਾਲੀ ਇਹਨੂੰ ਵਿਦੇਸ਼ੀ ਢੰਗ ਦੇ ਨਾਲ ਤੇ ਪਿੰਡ ਪ੍ਰਬੰਧ ਲਗਾਨ ਪ੍ਰਣਾਲੀ ਸੀ ਜਿਹੜੀ ਇਹਨੂੰ ਦੇਸੀ ਢੰਗ ਦੇ ਨਾਲ ਸੰਗਠਿਤ ਕਰ ਲਿਆ ਸੀ। ਉਹਨਾਂ ਦੇ ਸੈਨਿਕ ਪ੍ਰਬੰਧ ਵਿੱਚ ਵੀ ਵਿਦੇਸ਼ੀ ਤੱਤਾਂ ਦੇ ਨਾਲ ਨਾਲ ਕੁਝ ਦੇਸੀ ਤੱਤ ਵੀ ਸੀ ਜਿਨ੍ਹਾਂ ਨੂੰ ਸ਼ਾਮਲ ਕੀਤਾ ਗਿਆ ਸੀ। ਉਸ ਤੋਂ ਅੱਗੇ ਪੜਾਂਗੇ ਆਪਾਂ ਕੇਂਦਰੀ ਪ੍ਰਸ਼ਾਸਨ ਵੀ ਇਹਨਾਂ ਨੇ ਕੇਂਦਰੀ ਪ੍ਰਸ਼ਾਸਨ ਕਿਸ ਤਰ੍ਹਾਂ ਨਾਲ ਉਹਨੂੰ ਮੈਨੇਜ ਕੀਤਾ ਹੋਇਆ ਸੀ। ਪਹਿਲਾ ਹੈਗਾ ਹੁਣ ਦੇਖੋ ਇਹਦੇ ਵਿੱਚ ਵੀ ਜਿਹੜਾ ਆਪਾਂ ਬਾਦਸ਼ਾਹ ਮਤਲਬ ਰਾਜਾ ਇਹ ਸਾਰਾ ਆਪਾਂ ਪਿਛਲੇ ਚੈਪਟਰਾਂ ਦੇ ਵਿੱਚ ਪੜ੍ਹ ਚੁੱਕੇ ਹਾਂ ਵੀ ਕੀ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਸੀ ਤੇ ਕਿਸ ਤਰੀਕੇ ਦੇ ਨਾਲ ਉਹ ਆਪਣੇ ਕੰਮ ਕਰਦਾ ਸੀਗਾ। ਬਾਦਸ਼ਾਹ ਹੋ ਗਿਆ। ਰਾਜ ਪ੍ਰਬੰਧ ਦਾ ਮੁਖੀਆ ਕੌਣ ਹੁੰਦਾ ਸੀ? ਬਾਦਸ਼ਾਹ ਜਾਂ ਸ਼ਾਸਕ ਆਪ ਹੁੰਦਾ ਸੀ। ਉਹਦੇ ਅਧਿਕਾਰ ਅਸੀਮ ਸੀ। ਕਾਨੂੰਨ ਬਣਾਉਣਾ, ਲਾਗੂ ਕਰਨਾ, ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣਾ, ਸੈਨਾ ਨੂੰ ਆਪਣੇ ਅਧੀਨ ਰੱਖਣਾ, ਇਹ ਸਾਰੀਆਂ ਸ਼ਕਤੀਆਂ ਸੀ ਜਿਹੜੀਆਂ ਕਿਹਦੇ ਕੋਲ ਹੁੰਦੀਆਂ ਸੀਗੀਆਂ? ਬਾਦਸ਼ਾਹ ਦੇ ਕੋਲ। ਤੇ ਉਹ ਆਪਣੇ ਉਹਨਾਂ ਦੀ ਵਰਤੋਂ ਆਪ ਕਰਦਾ ਸੀਗਾ। ਉਹ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਸਮਝਦਾ ਸੀ ਤੇ ਬਾਦਸ਼ਾਹ ਨੇ ਕਈ ਮੰਤਰੀ ਵੀ ਅੱਗੇ ਨਿਯੁਕਤ ਕੀਤੇ ਹੁੰਦੇ ਸੀਗੇ ਤੇ ਜਿਹੜੇ ਉਹਦੇ ਅਧੀਨ ਹੁੰਦੇ ਸੀਗੇ। ਬਾਦਸ਼ਾਹ ਸੀ ਜਿਹੜਾ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਕੱਢ ਵੀ ਸਕਦਾ ਸੀਗਾ, ਉਹਨਾਂ ਦੇ ਅਹੁਦੇ ਤੋਂ ਹਟਾ ਸਕਦਾ ਸੀਗਾ ਤੇ ਜਾਂ ਉਹਨਾਂ ਦੀ ਜਿਹੜੀ ਸਲਾਹ ਹੁੰਦੀ ਸੀ ਉਸ ਨੂੰ ਰੱਦ ਵੀ ਕਰ ਸਕਦਾ ਸੀ। ਅਸਲ ਦੇ ਵਿੱਚ ਮੁਗਲ ਸਮਰਾਟ ਸੀ ਜਿਹੜਾ ਉਹ ਆਪ ਹੀ ਸ਼ਾਸਕ ਸੀ। ਉਸਦੇ ਕਈ ਵਿਸ਼ੇਸ਼ ਅਧਿਕਾਰ ਹੁੰਦੇ ਸੀ ਜਿਨ੍ਹਾਂ ਦੀ ਕੋਈ ਹੋਰ ਵਰਤੋਂ ਨਹੀਂ ਕਰ ਸਕਦਾ ਸੀ। ਕੇਵਲ ਬਾਦਸ਼ਾਹ ਨੂੰ ਹੀ ਰਾਜਗੱਦੀ ਉੱਤੇ ਬੈਠਣ, ਝਰੋਖਾ ਦਰਸ਼ਨ ਦੇਣ, ਆਪਣੇ ਨਾਂ ਤੇ ਸਿੱਕੇ ਜਾਰੀ ਕਰਨ, ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਤੇ ਸ਼ੇਰ ਦਾ ਸ਼ਿਕਾਰ ਕਰਨ, ਹਾਥੀਆਂ ਦੀਆਂ ਲੜਾਈਆਂ ਦੀ ਆਗਿਆ ਦੇਣ, ਮੰਤਰੀਆਂ ਤੇ ਸਰਦਾਰਾਂ ਨੂੰ ਖਿਤਾਬ ਦੇਣ, ਸਾਰੇ ਅਧਿਕਾਰ ਸੀ ਕਿਹਦੇ ਕੋਲ ਸੀਗੇ? ਸਾਰੇ ਬਾਦਸ਼ਾਹ ਦੇ ਕੋਲ ਹੁੰਦੇ ਸੀ। ਪਰੰਤੂ ਜਿਹੜਾ ਬਾਦਸ਼ਾਹ ਸੀਗਾ ਉਹ ਤਾਨਾਸ਼ਾਹ ਹੁੰਦਿਆਂ ਹੋਇਆ ਵੀ ਪ੍ਰਜਾ ਦੀ ਭਲਾਈ ਦੇ ਲਈ ਪ੍ਰਜਾ ਦੀ ਭਲਾਈ ਦਾ ਵੀ ਧਿਆਨ ਰੱਖਦਾ ਸੀਗਾ। ਅਕਬਰ ਸੀ ਜਿਹੜਾ ਉਹਨੇ ਤਾਂ ਪ੍ਰਜਾ ਦੀ ਭਲਾਈ ਦੇ ਲਈ ਤੇ ਸੁੱਖ ਦੇ ਲਈ ਦਿਨ ਰਾਤ ਇੱਕ ਕਰਦਾ ਸੀਗਾ। ਤੜਕੇ ਝਰੋਖਾ ਦਰਸ਼ਨ ਦੇਣਾ, ਦੀਵਾਨੇ ਆਮ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਸੁਣਨੀਆਂ, ਕਠਿਨਾਈਆਂ ਨੂੰ ਵੇਖ ਸੁਣਨਾ, ਦੀਵਾਨੇ ਖਾਸ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਹੁਕਮ ਦੇਣੇ, ਉਹਨਾਂ ਦੀਆਂ ਰਿਪੋਰਟਾਂ ਤੇ ਵਿਚਾਰ ਕਰਨਾ, ਰਾਤ ਵੇਲੇ ਮੰਤਰੀਆਂ ਦੀ ਗੁਸਲਖਾਨੇ ਦੇ ਵਿੱਚ ਜਿਹੜੀ ਗੁਪਤ ਸਭਾ ਬੁਲਾਉਣੀ, ਜਿਹੜੇ ਸਾਰੇ ਕੰਮ ਕਿਹਦੇ ਹੁੰਦੇ ਸੀਗੇ? ਬਾਦਸ਼ਾਹ ਦੇ ਹੁੰਦੇ ਸੀ। ਮੁਗਲ ਸਮਰਾਟ ਸੀ ਜਿਹੜਾ ਇਸ ਸਿਧਾਂਤ ਤੇ ਜ਼ਿਆਦਾ ਯਕੀਨ ਰੱਖਦੇ ਸੀਗੇ ਕਿ ਪ੍ਰਜਾ ਦੀ ਭਲਾਈ ਕਰਨਾ ਹੀ ਰਾਜ ਦਾ ਅਸਲੀ ਉਦੇਸ਼ ਹੈ। ਅੱਗੇ ਮੰਤਰੀ ਰਾਜ ਦੇ ਜਿੰਨੇ ਵੀ ਕੰਮ ਸੀਗੇ ਉਹਨਾਂ ਦੇ ਵਿੱਚ ਮਦਦ ਦੇ ਵਾਸਤੇ ਬਾਦਸ਼ਾਹ ਸੀ ਜਿਹੜਾ ਕੁਝ ਉਹ ਮੰਤਰੀ ਵੀ ਨਿਯੁਕਤ ਕਰਦਾ ਸੀਗਾ। ਤੇ ਉਹ ਮੁਗਲ ਕਾਲ ਦੇ ਜਿਹੜੇ ਮੰਤਰੀਆਂ ਨੂੰ ਅੱਜ ਕੱਲ੍ਹ ਦੇ ਮੰਤਰੀਆਂ ਦੇ ਅਧਿਕਾਰ ਪ੍ਰਾਪਤ ਨਹੀਂ ਸੀਗੇ ਤੇ ਨਾ ਹੀ ਉਹਨਾਂ ਦਾ ਮੰਤਰੀ ਮੰਡਲ ਸੀ ਜਿਹੜਾ ਅੱਜ ਦੀ ਸੰਸਦੀ ਸਰਕਾਰ ਦੇ ਮੰਤਰੀ ਮੰਡਲ ਦੀ ਤਰ੍ਹਾਂ ਕੰਮ ਕਰਦਾ ਸੀਗਾ। ਮੁਗਲ ਕਾਲ ਦੇ ਜਿਹੜੇ ਮੰਤਰੀ ਸੀਗੇ ਉਹ ਸਮਰਾਟ ਦੀ ਆਗਿਆ ਦੇ ਅਨੁਸਾਰ ਚੱਲਣ ਵਾਲੇ ਸੈਕਟਰੀ ਜਾਂ ਸੇਵਕ ਸਨ ਵੀ ਜਿਵੇਂ ਵੀ ਸ਼ਾਸਕ ਕਹਿੰਦਾ ਸੀ ਉਸ ਤਰੀਕੇ ਦੇ ਨਾਲ ਹੀ ਉਹਨਾਂ ਨੂੰ ਮੰਤਰੀਆਂ ਨੂੰ ਕੰਮ ਕਰਨਾ ਪੈਂਦਾ ਸੀ। ਪਰ ਕਿਹੜੇ ਮੰਤਰੀ ਸੀਗੇ ਤੇ ਉਹਨਾਂ ਦੇ ਕੰਮ ਕੀ ਸੀਗੇ ਉਹਨਾਂ ਬਾਰੇ ਪੜਾਂਗੇ। ਪਹਿਲਾ ਹੈਗਾ ਵਕੀਲ ਜਾਂ ਵਜ਼ੀਰ। ਸਮਰਾਟ ਤੋਂ ਥੱਲੇ ਸਭ ਤੋਂ ਵੱਡਾ ਪ੍ਰਧਾਨ ਮੰਤਰੀ ਸੀ, ਉਹਨੂੰ ਵਕੀਲ ਜਾਂ ਵਜ਼ੀਰ ਵੀ ਕਿਹਾ ਜਾਂਦਾ ਸੀਗਾ ਤੇ ਬਾਦਸ਼ਾਹ ਨੂੰ ਸ਼ਾਸਕ ਨੂੰ ਹਰ ਮਾਮਲੇ ਦੇ ਵਿੱਚ ਸਲਾਹ ਦਿੰਦਾ ਸੀ। ਸਾਰੇ ਵਿਭਾਗਾਂ ਦੀ ਦੇਖਭਾਲ ਉਹ ਕਰਦਾ ਸੀਗਾ ਤੇ ਅਕਬਰ ਦੇ ਸਮੇਂ ਵਕੀਲ ਦੀ ਸ਼ਕਤੀ ਜਿਹੜੀ ਬਹੁਤ ਜ਼ਿਆਦਾ ਹੁੰਦੀ ਸੀ ਤੇ ਉਸ ਦੇ ਸਮੇਂ ਦਾ ਪ੍ਰਸਿੱਧ ਵਕੀਲ ਕਿਹੜਾ ਹੁੰਦਾ ਸੀ? ਬੈਰਮ ਖਾਂ। ਬੈਰਮ ਖਾਨ ਦਾ ਜਦੋਂ ਪਤਨ ਹੋ ਗਿਆ ਸੀ ਤਾਂ ਵਜ਼ੀਰ ਦੀਆਂ ਸ਼ਕਤੀਆਂ ਜਿਹੜੀਆਂ ਘਟ ਗਈਆਂ ਸੀ ਤੇ ਦੀਵਾਨੇ ਆਲਾ ਦੀਆਂ ਸ਼ਕਤੀਆਂ ਵਧਣੀਆਂ ਸ਼ੁਰੂ ਹੋ ਗਈਆਂ ਸੀ। ਸੈਕਿੰਡ ਆਪਾਂ ਪੜਾਂਗੇ ਦੀਵਾਨੇ ਆਲਾ। ਦੀਵਾਨੇ ਆਲਾ ਸੀ ਜਿਹੜਾ ਇਹ ਵੀ ਮਹੱਤਵਪੂਰਨ ਮੰਤਰੀ ਸੀਗਾ ਮੁਗਲ ਸਾਮਰਾਜ ਦੇ ਵਿੱਚ, ਉਹਨੂੰ ਵਿੱਤ ਮੰਤਰੀ ਕਿਹਾ ਜਾਂਦਾ ਸੀਗਾ ਤੇ ਉਹ ਆਮਦਨ ਤੇ ਖਰਚ ਦਾ ਸਾਰਾ ਵੇਰਵਾ ਵੀ ਆਪ ਰੱਖਦਾ ਸੀਗਾ। ਭੂਮੀ ਕਰ ਸੰਬੰਧੀ ਨਿਯਮ ਉਹਨੇ ਬਣਾਉਣੇ ਹੁੰਦੇ ਸੀ। ਦੂਜੇ ਕਰ ਸੀ ਜਿਹੜੇ ਉਹਨਾਂ ਕਿਸ ਤਰੀਕੇ ਦੇ ਨਾਲ ਕਰ ਇਕੱਠਾ ਕਰਨਾ ਉਹ ਵੀ ਆਪ ਨਿਸ਼ਚਿਤ ਕਰਦਾ ਸੀ ਦੀਵਾਨੇ ਆਲਾ ਤੇ ਉਹਦੇ ਦਸਤਖਤ ਤੋਂ ਬਿਨਾਂ ਕਿਸੇ ਵੀ ਰਕਮ ਦਾ ਭੁਗਤਾਨ ਨਹੀਂ ਹੁੰਦਾ ਸੀਗਾ ਤੇ ਉਹਨਾਂ ਦੀ ਨਿਯੁਕਤੀ ਲਈ ਉਹ ਸਮਰਾਟ ਨੂੰ ਵੀ ਸਲਾਹ ਦਿੰਦਾ ਸੀਗਾ। ਹਰ ਇੱਕ ਕਰਮਚਾਰੀ ਦੇ ਨਿਯੁਕਤੀ ਪੱਤਰ ਉੱਤੇ ਉਹਦੇ ਦਸਤਖਤ ਜ਼ਰੂਰ ਹੁੰਦੇ ਸੀ। ਅਕਬਰ ਦੇ ਸਮੇਂ ਮੁਜ਼ੱਫਰ ਖਾਨ, ਟੋਡਰਮਲ ਤੇ ਸ਼ਾਹ ਮਨਸੂਰ ਵਾਰੀ-ਵਾਰੀ ਇਸ ਪਦ ਦੇ ਉੱਤੇ ਕੰਮ ਕਰਦੇ ਰਹੇ ਸੀ ਤੇ ਜਹਾਂਗੀਰ ਦੇ ਰਾਜਕਾਲ ਦਾ ਪ੍ਰਸਿੱਧ ਦੀਵਾਨੇ ਆਲਾ ਨੂਰ ਜਹਾਂ ਦਾ ਪਿਤਾ ਸੀ ਗਿਆਸ ਬੇਗ। ਸ਼ਾਹਜਹਾਂ ਦੇ ਸਮੇਂ ਦਾ ਮਸ਼ਹੂਰ ਦੀਵਾਨੇ ਆਲਾ ਸੀ ਸਾਦੁੱਲਾ ਖਾਂ ਜੋ ਆਪਣੀ ਯੋਗਤਾ ਤੇ ਇਮਾਨਦਾਰੀ ਦੇ ਲਈ ਬੜਾ ਪ੍ਰਸਿੱਧ ਸੀ। ਕਿਉਂਕਿ ਦੀਵਾਨੇ ਆਲਾ ਦਾ ਕੰਮ ਸੀ ਜਿਹੜਾ ਬਹੁਤ ਜ਼ਿਆਦਾ ਹੁੰਦਾ ਹੈ ਇਸੇ ਲਈ ਉਹਦੀ ਸਹਾਇਤਾ ਦੇ ਵਾਸਤੇ ਕੁਝ ਉਹਨੇ ਦੀਵਾਨ ਜਾਂ ਸਹਿਕਾਰੀ ਕਰਮਚਾਰੀ ਸੀ ਜਿਹੜੇ ਉਹ ਵੀ ਰੱਖੇ ਹੁੰਦੇ ਸੀਗੇ। ਉਹ ਕਿਹੜੇ ਸੀ? ਦੀਵਾਨੇ ਖਾਲਸਾ, ਦੀਵਾਨੇ ਜਗੀਰ, ਸਾਹਿਬੇ ਤੋਜੀ। ਨੰਬਰ 3 ਹੈ ਮੀਰ ਬਖਸ਼ੀ। ਮੀਰ ਬਖਸ਼ੀ ਕੇਂਦਰੀ ਸਰਕਾਰ ਦੇ ਪ੍ਰਸਿੱਧ ਮੰਤਰੀਆਂ ਦੇ ਵਿੱਚੋਂ ਇੱਕ ਸੀ। ਉਹ ਸੈਨਿਕ ਅਤੇ ਸਿਵਲ ਅਧਿਕਾਰੀਆਂ ਨੂੰ ਤਨਖਾਹ ਦਿੰਦਾ ਸੀ, ਸੈਨਿਕਾਂ ਨੂੰ ਭਰਤੀ ਕਰਦਾ ਸੀ, ਉਹਨਾਂ ਦੇ ਹੁਲੀਏ ਦਾ ਰਿਕਾਰਡ ਰੱਖਦਾ ਸੀ, ਘੋੜਿਆਂ ਨੂੰ ਦਾਗਣ ਦਾ ਕੰਮ ਕਰਦਾ ਸੀ, ਮਨਸਬਦਾਰਾਂ ਦੀ ਨਿਯੁਕਤੀ ਉਹਦੇ ਦੁਆਰਾ ਹੁੰਦੀ ਸੀ
ਤਰੱਕੀ ਤੇ ਤਬਦੀਲੀ ਦੀ ਸਿਫਾਰਿਸ਼ ਕਰਦਾ ਸੀ, ਸ਼ਾਹੀ ਮਹਿਲ ਦੇ ਪਹਿਰੇਦਾਰਾਂ ਦੀ ਸੂਚੀ ਤਿਆਰ ਕਰਦਾ ਸੀ। ਇਹ ਸਾਰੇ ਕੰਮ ਕਿਹਦੇ ਹੁੰਦੇ ਸੀਗੇ? ਮੀਰ ਬਖਸ਼ੀ ਦੇ। ਅਕਬਰ ਦੇ ਸਮੇਂ ਦਾ ਪ੍ਰਸਿੱਧ ਮੀਰ ਬਖਸ਼ੀ ਸੀਗਾ ਸ਼ਾਹਬਾਜ਼ ਖਾਂ, ਤੇ ਉਹਦੀ ਸਹਾਇਤਾ ਦੇ ਨਾਲ ਸਮਰਾਟ ਨੇ ਮਨਸਬਦਾਰੀ ਪ੍ਰਣਾਲੀ ਦੀ ਵਿਵਸਥਾ ਕੀਤੀ ਸੀ। ਤੇ ਮੀਰ ਬਖਸ਼ੀ ਦੀ ਸਹਾਇਤਾ ਲਈ ਕਈ ਬਖਸ਼ੀ ਵੀ ਹੁੰਦੇ ਸੀ, ਜੋ ਪਹਿਲਾ ਬਖਸ਼ੀ, ਦੂਜਾ ਬਖਸ਼ੀ, ਇਸ ਤਰ੍ਹਾਂ ਨਾਲ ਉਹਨਾਂ ਨੂੰ ਸੰਬੋਧਨ ਕੀਤਾ ਜਾਂਦਾ ਸੀ। ਚੌਥਾ ਹੈਗਾ ਮੁੱਖ ਸਦਰ। ਮੁੱਖ ਸਦਰ ਸੀ ਜਿਹੜਾ ਇਹਦਾ ਧਰਮ ਕਰਮ ਦੇ ਵਿਭਾਗ ਦੇ ਮੁਖੀ ਹੁੰਦਾ ਸੀਗਾ। ਉਸ ਨੂੰ ਸਦਰ ਵੀ ਕਹਿੰਦੇ ਸੀਗੇ, ਤੇ ਉਸ ਦੇ ਮੁੱਖ ਕੰਮ ਕਰ ਸਾਮਰਾਜ ਦੇ ਮਹਾਤਮਾਵਾਂ ਤੇ ਪੀਰਾਂ ਫਕੀਰਾਂ ਦੀ ਸੂਚੀ ਤਿਆਰ ਕਰਨਾ, ਉਹਨਾਂ ਨੂੰ ਅਨੁਦਾਨ ਦੇਣਾ, ਸਕੂਲਾਂ ਨੂੰ ਭੂਮੀ ਦੇਣਾ ਤੇ ਉਹਨਾਂ ਦਾ ਰਿਕਾਰਡ ਰੱਖਣਾ, ਸੂਬਿਆਂ ਦੇ ਸਦਰਾਂ ਦੇ ਕੰਮਾਂ ਦਾ ਨਿਰੀਖਣ ਕਰਨਾ ਤੇ ਬਾਦਸ਼ਾਹ ਨੂੰ ਧਾਰਮਿਕ ਅਤੇ ਦਾਨ ਸੰਬੰਧੀ ਮਾਮਲਿਆਂ ਬਾਰੇ ਸਲਾਹ ਦੇਣਾ। ਇਹ ਸਾਰੇ ਕੰਮ ਹੁੰਦੇ ਸੀ ਮੁੱਖ ਸਦਰ ਦੇ। ਨੰਬਰ 5 ਹੈ ਖਾਣੇ ਸਮਾਨ। ਖਾਣੇ ਸਮਾਨ ਜਿਹੜੇ ਸ਼ਾਹੀ ਘਰਾਣੇ ਦੇ ਘਰੇਲੂ ਕੰਮਾਂ ਦਾ ਮੰਤਰੀ ਹੁੰਦਾ ਸੀਗਾ, ਇਹਨੂੰ ਮੀਰ ਸਮਾਨ ਵੀ ਕਹਿੰਦੇ ਸੀਗੇ। ਬਾਦਸ਼ਾਹ ਤੇ ਹਰਮ ਦੀਆਂ ਜਿਹੜੀਆਂ ਜ਼ਰੂਰਤਾਂ ਸੀ ਉਹਨਾਂ ਨੂੰ ਪੂਰਾ ਕਰਦਾ ਸੀਗਾ, ਸ਼ਾਹੀ ਕਾਰਖਾਨਿਆਂ ਦਾ ਪ੍ਰਬੰਧ ਕਰਦਾ ਸੀ, ਸ਼ਾਹੀ ਦਰਬਾਰ ਨੂੰ ਸਜਾ ਕੇ ਰੱਖਦਾ ਸੀ, ਵਿਸ਼ੇਸ਼ ਮੌਕੇ ਤੇ ਦਾਵਤਾਂ ਤੇ ਭੋਜਾਂ ਦਾ ਵੀ ਪ੍ਰਬੰਧ ਖਾਣੇ ਸਮਾਨ ਦੇ ਦੁਆਰਾ ਕੀਤਾ ਜਾਂਦਾ ਸੀਗਾ। ਰਾਜਕੁਮਾਰਾਂ ਰਾਜਕੁਮਾਰੀਆਂ ਦੇ ਵਿਆਹ ਦੇ ਸੰਬੰਧੀ ਸਭ ਜ਼ਰੂਰੀ ਚੀਜ਼ਾਂ ਸੀ ਜਿਹੜੀਆਂ, ਉਹਨਾਂ ਦੀ ਖਰੀਦ ਕਰਨਾ ਵੀ ਉਸ ਦਾ ਮੁੱਖ ਕੰਮ ਹੁੰਦਾ ਸੀ। ਨੰਬਰ 6 ਮੁੱਖ ਕਾਜੀ। ਮੁੱਖ ਕਾਜੀ ਸਾਮਰਾਜ ਦਾ ਮੁੱਖ ਨਿਆਂਧੀਸ਼ ਹੁੰਦਾ ਸੀਗਾ। ਉਹ ਸਮਰਾਟ ਨੂੰ ਨਿਆਂ ਸੰਬੰਧੀ ਮਾਮਲਿਆਂ ਦੇ ਵਿੱਚ ਸਲਾਹ ਦਿੰਦਾ ਸੀਗਾ, ਕਾਜ਼ੀਆਂ ਨੂੰ ਨਿਯੁਕਤ ਕਰਨਾ, ਕਚਹਿਰੀਆਂ ਦੀ ਨਿਗਰਾਨੀ ਕਰਨਾ, ਅਪੀਲ ਸੰਬੰਧੀ ਮੁਕੱਦਮਿਆਂ ਦਾ ਨਿਰਣਾ ਕਰਨਾ, ਇਹ ਸਾਰੇ ਕੰਮ ਮੁੱਖ ਕਾਜੀ ਦੇ ਹੁੰਦੇ ਸੀਗੇ। ਉਸ ਤੋਂ ਅੱਗੇ ਹੋਰ ਕੇਂਦਰੀ ਪਦ ਅਧਿਕਾਰੀ। ਇਹਨਾਂ ਤੋਂ ਬਿਨਾਂ ਹੋਰ ਵੀ ਕਈ ਕੇਂਦਰੀ ਮੰਤਰੀ ਹੁੰਦੇ ਸੀਗੇ। ਉਹਨਾਂ ਵਿੱਚੋਂ ਪਹਿਲਾ ਕਿਹੜਾ ਸੀ? ਮੀਰ ਆਤਿਸ਼। ਇਹ ਤੋਪਖਾਨੇ ਦਾ ਮੁਖੀ ਸੀਗਾ, ਤੇ ਦਰੋਗਾ ਇਹ ਤੋਪਖਾਨੇ ਵੀ ਇਸ ਨੂੰ ਕਿਹਾ ਜਾਂਦਾ ਸੀ। ਉਸ ਤੋਂ ਅੱਗੇ ਮੀਰ ਬਾਰ, ਉਹ ਜੰਗਲ ਦੇ ਵਿਭਾਗ ਦਾ ਮੁਖੀ ਹੁੰਦਾ ਸੀਗਾ। ਮੀਰ ਬਹਿਰ ਸਮੁੰਦਰੀ ਬੇੜੇ ਦਾ ਮੁਖੀ ਸੀ। ਦਰੋਗਾ ਟਕਸਾਲ ਸ਼ਾਹੀ ਟਕਸਾਲ ਦਾ ਮੁਖੀ ਸੀ। ਦਰੋਗਾ ਡਾਕ ਚੌਕੀ, ਇਹ ਡਾਕ ਵਿਭਾਗ ਦਾ ਮੁਖੀ ਸੀ। ਮੁਸਤੌਵੀ ਇਹ ਲੇਖਾ ਪੜਤਾਲੀਆ ਸੀ, ਲੇਖਾ ਜੋਖਾ ਰੱਖਦਾ ਸੀ ਸਾਰਾ। ਉਸ ਤੋਂ ਅੱਗੇ ਪ੍ਰਾਂਤਿਕ ਤੇ ਸਥਾਨਿਕ ਸ਼ਾਸਨ ਪ੍ਰਬੰਧ। ਅਕਬਰ ਪਹਿਲਾ ਮੁਗਲ ਬਾਦਸ਼ਾਹ ਸੀ ਜਿਹਨੇ ਸਾਮਰਾਜ ਸੀ ਜਿਹੜਾ ਨੂੰ ਸੂਬਿਆਂ ਦੇ ਵਿੱਚ ਵੰਡਿਆ ਸੀਗਾ। ਤੇ ਉਹਦੇ ਸਮੇਂ 15 ਪ੍ਰਾਂਤ ਸੀਗੇ: ਇਲਾਹਾਬਾਦ, ਆਗਰਾ, ਅਵਧ, ਅਜਮੇਰ, ਅਹਿਮਦਾਬਾਦ, ਬਿਹਾਰ, ਬੰਗਾਲ, ਦਿੱਲੀ, ਕਾਬਲ, ਲਾਹੌਰ, ਮੁਲਤਾਨ, ਮਾਲਵਾ, ਅਹਿਮਦਨਗਰ, ਬਰਾਰ ਤੇ ਖਾਨਦੇਸ਼। ਤੇ ਜਹਾਂਗੀਰ ਦੇ ਸਮੇਂ ਸੀਗੇ ਇਹਨਾਂ ਦੀ ਗਿਣਤੀ ਸੀ ਜਿਹੜੀ 19 ਹੋ ਗਈ ਸੀ, ਤੇ ਉਹਨਾਂ ਦੇ ਵਿੱਚੋਂ 4 ਹੋਰ ਐਡ ਹੋ ਗਏ ਸੀ। ਉਹ ਕਿਹੜੇ ਕਿਹੜੇ ਸੀ? ਉੜੀਸਾ, ਕਸ਼ਮੀਰ, ਸਿੰਧ ਤੇ ਬਿਦਰ। ਔਰੰਗਜ਼ੇਬ ਦੇ ਸਮੇਂ ਇਹ 21 ਪਹੁੰਚ ਗਈ ਸੀ। ਉਹਨਾਂ ਦੇ ਵਿੱਚ ਬੀਜਾਪੁਰ ਤੇ ਗੋਲਕੁੰਡਾ ਸੀ ਜਿਹੜੇ, ਇਹ ਪ੍ਰਾਂਤ ਵੀ ਜੁੜ ਗਏ ਸੀਗੇ। ਪ੍ਰਾਂਤ ਦਾ ਜਿਹੜਾ ਰਾਜ ਪ੍ਰਬੰਧ ਸੀ ਉਹ ਕੇਂਦਰੀ ਰਾਜ ਪ੍ਰਬੰਧ ਦਾ ਹੀ ਇੱਕ ਨਮੂਨਾ ਸੀ। ਪ੍ਰਾਂਤ ਦੇ ਅਧਿਕਾਰੀ ਕਿਹੜੇ ਕਿਹੜੇ ਸੀਗੇ? ਹਰ ਇੱਕ ਪ੍ਰਾਂਤ ਵਿੱਚ ਇੱਕ ਸੂਬੇਦਾਰ ਤੇ ਕਈ ਹੋਰ ਅਧਿਕਾਰੀ ਸੀ ਜਿਹੜੇ ਹੁੰਦੇ ਸੀਗੇ। ਉਹਨਾਂ ਦੇ ਕੰਮ ਕਿਹੜੇ ਕਿਹੜੇ ਹੁੰਦੇ ਸੀ? ਪਹਿਲਾ ਸੀਗਾ ਸਪਾ ਸਾਲਾਰ ਜਾਂ ਨਾਜ਼ਿਮ। ਹਰ ਇੱਕ ਪ੍ਰਾਂਤ ਦਾ ਇੱਕ ਮੁਖੀਆ ਹੁੰਦਾ ਸੀ, ਉਹਨੂੰ ਸੂਬੇਦਾਰ ਕਹਿੰਦੇ ਸੀਗੇ। ਉਹਨੂੰ ਸਪਾ ਸਲਾਰ ਜਾਂ ਨਾਜ਼ਿਮ ਵੀ ਕਿਹਾ ਜਾਂਦਾ ਸੀਗਾ। ਉਹਦੀ ਜਿਹੜੀ ਨਿਯੁਕਤੀ ਸੀਗੀ ਸ਼ਾਸਕ ਸਮਰਾਟ ਦੇ ਦੁਆਰਾ ਕੀਤੀ ਜਾਂਦੀ ਸੀ, ਤੇ ਪ੍ਰਾਂਤ ਦੇ ਪ੍ਰਸ਼ਾਸਨ ਦੇ ਲਈ ਉਹ ਪੂਰਾ ਜ਼ਿੰਮੇਵਾਰ ਹੁੰਦਾ ਸੀਗਾ। ਇਰਾਨੀ ਲੈਕੀ ਕਹਿੰਦੇ ਵੀ ਜਿਸ ਤਰ੍ਹਾਂ ਚੰਨ ਸੂਰਜ ਤੋਂ ਰੋਸ਼ਨੀ ਪ੍ਰਾਪਤ ਕਰਦਾ, ਵੀ ਉਸੇ ਤਰ੍ਹਾਂ ਹੀ ਸੂਬੇਦਾਰ ਸੀ ਜਿਹੜਾ ਸਮਰਾਟ ਤੋਂ ਆਪਣੀ ਸ਼ਕਤੀ ਪ੍ਰਾਪਤ ਕਰਦਾ ਸੀ। ਉਹਦਾ ਮੁੱਖ ਕੰਮ ਕੀ ਹੁੰਦਾ ਸੀਗਾ? ਪ੍ਰਾਂਤ ਦੇ ਵਿੱਚ ਸ਼ਾਂਤੀ ਤੇ ਵਿਵਸਥਾ ਬਣਾ ਕੇ ਰੱਖਣਾ, ਸਮਰਾਟ ਦੇ ਫਰਮਾਨਾਂ ਨੂੰ ਲਾਗੂ ਕਰਨਾ, ਨਿਆਂ ਕਰਨਾ ਲੋਕਾਂ ਦੇ ਨਾਲ, ਭਲਾਈ ਤੇ ਸੁੱਖ ਵੱਲ ਉਹਨਾਂ ਦੇ ਧਿਆਨ ਦੇਣਾ, ਖੇਤੀਬਾੜੀ, ਉਦਯੋਗ ਤੇ ਵਪਾਰ ਦੀ ਉੱਨਤੀ ਲਈ ਉਚਿਤ ਕਦਮ ਉਠਾਉਣੇ, ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਨਾ, ਸੂਬੇ ਦੇ ਸੈਨਿਕਾਂ ਨੂੰ ਅਨੁਸ਼ਾਸਨ ਵਿੱਚ ਆਪਣੇ ਅਧੀਨ ਰੱਖਣਾ, ਦੀਵਾਨ ਦੀ ਭੂਮੀ ਕਰ ਸੰਬੰਧੀ ਕੰਮਾਂ ਵਿੱਚ ਮਦਦ ਕਰਨਾ, ਸੜਕਾਂ, ਖੂਹਾਂ, ਨਹਿਰਾਂ ਤੇ ਹਸਪਤਾਲਾਂ ਦੀ ਉਸਾਰੀ ਕਰਵਾਉਣਾ। ਇਹ ਸਾਰੇ ਉਹਦੇ ਕੰਮ ਹੁੰਦੇ ਸੀ ਸਪਾ ਸਲਾਰ ਦੇ। ਉਹ ਬਾਦਸ਼ਾਹ ਦੇ ਹੁਕਮ ਅਨੁਸਾਰ ਦੁਸ਼ਮਣਾਂ ਵਿਰੁੱਧ ਮੁਹਿੰਮਾਂ ਦੀ ਅਗਵਾਈ ਵੀ ਕਰਦਾ ਸੀ। ਸੂਬੇਦਾਰ ਦੀ ਸ਼ਕਤੀ ਉੱਤੇ ਰੋਕਾਂ ਸੀਗੀਆਂ। ਉਹ ਬਾਦਸ਼ਾਹ ਵਾਂਗ ਤਾਜ ਨਹੀਂ ਪਹਿਨ ਸਕਦਾ ਸੀ ਤੇ ਨਾ ਹੀ ਝਰੋਖਾ ਦਰਸ਼ਨ ਦੇ ਸਕਦਾ ਸੀ। ਉਹ ਆਪਣੇ ਨਾਮ ਤੇ ਸਿੱਕੇ ਨਹੀਂ ਜਾਰੀ ਕਰ ਸਕਦਾ ਸੀ। ਆਪਣੀ ਇੱਛਾ ਅਨੁਸਾਰ ਕਿਸੇ ਨਾਲ ਯੁੱਧ ਜਾਂ ਸੰਧੀ ਨਹੀਂ ਕਰ ਸਕਦਾ ਸੀ। ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦਾ ਸੀ। 3 ਜਾਂ 5 ਸਾਲਾਂ ਤੋਂ ਬਾਅਦ ਸੂਬੇਦਾਰ ਨੂੰ ਇੱਕ ਪ੍ਰਾਂਤ ਤੋਂ ਦੂਸਰੇ ਪ੍ਰਾਂਤ ਦੇ ਵਿੱਚ ਤਬਦੀਲ ਕੀਤਾ ਜਾਂਦਾ ਸੀ। ਇਹ ਸੀ ਨਾਜ਼ਿਮ। ਉਸ ਤੋਂ ਅੱਗੇ ਦੀਵਾਨ। ਨਾਜ਼ਿਮ ਤੋਂ ਬਾਅਦ ਦੂਜਾ ਦਰਜਾ ਕਿਹਦਾ ਹੁੰਦਾ ਹੈ? ਦੀਵਾਨ ਦਾ। ਇਹਦੀ ਨਿਯੁਕਤੀ ਵੀ ਸਮਰਾਟ ਕੇਂਦਰੀ ਦੀਵਾਨ ਦੀ ਸਲਾਹ ਦੇ ਨਾਲ ਕਰਦਾ ਸੀ। ਉਹਦਾ ਕੰਮ ਸਿੱਧਾ ਉਹਦਾ ਸੰਬੰਧ ਸੀ ਜਿਹੜਾ ਸਿੱਧਾ ਕੇਂਦਰੀ ਸਰਕਾਰ ਦੇ ਨਾਲ ਹੁੰਦਾ ਸੀਗਾ। ਉਹ ਕਿਸੇ ਵੀ ਸਪਾ ਸਲਾਰ ਜਾਂ ਨਾਜ਼ਿਮ ਦੇ ਅਧੀਨ ਨਹੀਂ ਸੀ ਹੁੰਦਾ, ਤੇ ਉਹ ਸੂਬੇ ਦੇ ਵਿੱਤ ਵਿਭਾਗ ਦਾ ਵੀ ਮੁਖੀ ਹੁੰਦਾ ਸੀ। ਉਸ ਦੇ ਮੁੱਖ ਕੰਮ ਕੀ ਹੁੰਦੇ ਸੀਗੇ? ਪ੍ਰਾਂਤ ਦੀ ਆਮਦਨ ਤੇ ਖਰਚ ਦਾ ਹਿਸਾਬ ਰੱਖਣਾ, ਕਿਸਾਨਾਂ ਨੂੰ ਕਰਜ਼ੇ ਦੇਣਾ, ਮਾਲ ਵਿਭਾਗ ਦੇ ਕਰਮਚਾਰੀਆਂ ਦੀ ਨਿਗਰਾਨੀ ਕਰਨਾ, ਦੀਵਾਨੀ ਮੁਕੱਦਮਿਆਂ ਦਾ ਫੈਸਲਾ ਕਰਨਾ, ਕੇਂਦਰੀ ਦੀਵਾਨ ਨੂੰ ਕਿਸਾਨਾਂ ਦੀ ਹਾਲਤ ਬਾਰੇ ਸੂਚਨਾ ਦਿੰਦੇ ਰਹਿਣਾ,
ਤੇ ਮੁਗਲ ਸਮਰਾਟਾਂ ਦੇ ਪ੍ਰਾਂਤ ਦੀ ਸ਼ਾਸਨ ਪ੍ਰਣਾਲੀ ਜਾਣਬੁੱਝ ਕੇ ਉਹਨਾਂ ਨੇ ਇਸੇ ਤਰ੍ਹਾਂ ਹੀ ਬਣਾਈ ਸੀਗੀ ਵੀ ਸੂਬੇਦਾਰ ਤੇ ਦੀਵਾਨ ਸੀ ਜਿਹੜੇ ਦੋਨੇ ਇੱਕ ਦੂਜੇ ਦੇ ਕੰਮਾਂ ਦਾ ਨਿਰੀਖਣ ਕਰਦੇ ਰਹਿਣ, ਤਾਂ ਜੋ ਉਹਨਾਂ ਦੇ ਵਿੱਚੋਂ ਕੋਈ ਵੀ ਜ਼ਿਆਦਾ ਤਾਕਤ ਨਾ ਪਕੜੇ ਤੇ ਦੋਵੇਂ ਪੂਰਨ ਰੂਪ ਦੇ ਵਿੱਚ ਕੇਂਦਰੀ ਸਰਕਾਰ ਦੇ ਅਧੀਨ ਹੀ ਕੰਮ ਕਰਦੇ ਰਹਿਣ। ਇਸੇ ਕਰਕੇ ਦੀਵਾਨ ਨੂੰ ਸੂਬੇਦਾਰ ਦੇ ਅਧੀਨ ਹੀ ਰੱਖਿਆ ਗਿਆ ਸੀ। ਤੀਸਰਾ ਸੀਗਾ ਦੀਵਾਨ ਤੋਂ ਬਾਅਦ ਬਖਸ਼ੀ। ਇਹ ਕੀ ਸੀਗਾ ਵੀ ਇਹ ਮੀਰ ਬਖਸ਼ੀ ਦੀ ਤਰ੍ਹਾਂ ਪ੍ਰਾਂਤ ਦੇ ਵਿੱਚ ਇਹ ਬਖਸ਼ੀ ਹੁੰਦਾ ਸੀ, ਜਿਵੇਂ ਕੇਂਦਰੀ ਰਾਏ ਪ੍ਰਬੰਧ ਦੇ ਵਿੱਚ ਮੀਰ ਬਖਸ਼ੀ ਹੁੰਦਾ, ਉਹਦੀ ਨਿਯੁਕਤੀ ਹੈ ਜਿਹੜੀ ਬਾਦਸ਼ਾਹ ਮੀਰ ਬਖਸ਼ੀ ਦੀ ਸਿਫਾਰਿਸ਼ ਦੇ ਹੀ ਕਰਦਾ ਸੀਗਾ ਤੇ ਉਹਦੇ ਕੰਮ ਸੀ ਸਾਰੇ ਜਿਹੜੇ ਮੀਰ ਬਖਸ਼ੀ ਦੀ ਤਰ੍ਹਾਂ ਹੀ ਹੁੰਦੇ ਸੀਗੇ। ਉਹ ਸੂਬੇ ਦੀ ਸੈਨਾ ਦੀ ਭਰਤੀ ਕਰਦਾ ਸੀ ਤੇ ਸੈਨਿਕਾਂ ਦੇ ਹੁਲੀਏ ਦਰਜ ਕਰਦਾ ਸੀ, ਘੋੜਿਆਂ ਨੂੰ ਦਾਗਣ ਦਾ ਕੰਮ ਕਰਦਾ ਸੀਗਾ, ਸੈਨਿਕਾਂ ਨੂੰ ਤਰੱਕੀ ਤੇ ਤਬਦੀਲੀ ਕਰਵਾਉਂਦਾ ਸੀ ਤੇ ਸੈਨਿਕਾਂ ਨੂੰ ਅਨੁਸ਼ਾਸਨ ਦੇ ਵਿੱਚ ਵੀ ਰੱਖਦਾ ਸੀ। ਇਹਨਾਂ ਤੋਂ ਛੁੱਟ ਉਹ ਖਜ਼ਾਨਾ ਅਫਸਰ ਦੇ ਰੂਪ ਵਿੱਚ ਤਨਖਾਹ ਦੇਣ ਦਾ ਵੀ ਕੰਮ ਕਰਦਾ ਸੀਗਾ। ਕਈ ਸਥਾਨਾਂ ਤੇ ਉਹ ਸੂਬੇ ਦੇ ਵਾਕਿਆ ਨਵੀਸ ਜਾਂ ਜਸੂਸਾਂ ਦੇ ਮੁਖੀ ਦੇ ਰੂਪ ਵਿੱਚ ਵੀ ਆਪਣੇ ਕੰਮ ਕਰਦਾ ਸੀਗਾ। ਅੱਗੇ ਹੈਗਾ ਆਪਣਾ ਸਦਰ। ਪ੍ਰਾਂਤ ਦੇ ਵਿੱਚ ਇੱਕ ਸਦਰਨਾਮੀ ਹੋਰ ਅਧਿਕਾਰੀ ਹੁੰਦਾ ਸੀਗਾ, ਉਹਦੀ ਨਿਯੁਕਤੀ ਹੈ ਜਿਹੜੀ ਸਮਰਾਟ ਮੁੱਖ ਸਦਰ ਦੀ ਸਲਾਹ ਦੇ ਨਾਲ ਕਰਦਾ ਸੀਗਾ ਤੇ ਉਹ ਸੂਬੇ ਦੇ ਮਹਾਤਮਾਵਾਂ ਜਾਂ ਪੀਰਾਂ ਫਕੀਰਾਂ ਦੀ ਸਾਰੀ ਸੂਚੀ ਤਿਆਰ ਕਰਦਾ ਸੀਗਾ, ਉਹਨਾਂ ਨੂੰ ਦਾਨ ਦਿੰਦਾ ਸੀ ਤੇ ਉਹ ਧਰਮਾਰਥ ਦਿੱਤੀ ਗਈ ਭੂਮੀ ਦਾ ਵੀ ਪ੍ਰਬੰਧ ਕਰਦਾ ਸੀਗਾ। ਨੰਬਰ 5 ਹੈ ਕਾਜੀ। ਕਾਜੀ ਪ੍ਰਾਂਤ ਦੇ ਨਿਆਂ ਪ੍ਰਬੰਧ ਦਾ ਮੁਖੀ ਹੁੰਦਾ ਸੀ, ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਦਾ ਸੀ ਤੇ ਆਮ ਤੌਰ ਤੇ ਸਦਰ ਤੇ ਕਾਜੀ ਦੇ ਕੰਮ ਸੀ ਜਿਹੜੇ ਇੱਕੋ ਵਿਅਕਤੀ ਨੂੰ ਹੀ ਸੌਂਪੇ ਜਾਂਦੇ ਸੀ। ਨੰਬਰ 6 ਹੈ ਵਾਕਿਆ ਨਵੀਸ। ਵਾਕਿਆ ਨਵੀਸ ਪ੍ਰਾਂਤ ਵਿੱਚ ਹੋਣ ਵਾਲੀਆਂ ਸਾਰੀਆਂ ਜਿੰਨੀਆਂ ਵੀ ਘਟਨਾਵਾਂ ਸੀ ਸਾਰੀਆਂ ਦਾ ਰਿਕਾਰਡ ਰੱਖਦਾ ਸੀਗਾ। ਖੁਫੀਆ ਨਵੀਸ ਵਜੋਂ ਪ੍ਰਾਂਤ ਦੇ ਕਰਮਚਾਰੀਆਂ ਦੇ ਕੰਮਾਂ ਸੰਬੰਧੀ ਬਾਦਸ਼ਾਹ ਨੂੰ ਗੁਪਤ ਰੂਪ ਦੇ ਵਿੱਚ ਸੂਚਿਤ ਕਰਦਾ ਸੀ ਤੇ ਉਹਦੇ ਅਧੀਨ ਬਹੁਤ ਸਾਰੇ ਜਸੂਸ ਵੀ ਹੁੰਦੇ ਸੀ, ਲੇਖਕ ਵੀ ਕੰਮ ਕਰਦੇ ਸੀਗੇ। ਨੰਬਰ 7 ਹੈ ਕੋਤਵਾਲ। ਸੂਬੇ ਦੇ ਮਹੱਤਵਪੂਰਨ ਸ਼ਹਿਰਾਂ ਦੇ ਵਿੱਚੋਂ ਇੱਕ ਪ੍ਰਸਿੱਧ ਅਧਿਕਾਰੀ ਹੁੰਦਾ ਸੀਗਾ ਜਿਹਨੂੰ ਕੋਤਵਾਲ ਕਹਿੰਦੇ ਸੀਗੇ। ਸ਼ਹਿਰਾਂ ਦੇ ਵਿੱਚ ਸ਼ਾਂਤੀ ਸਥਾਪਿਤ ਰੱਖਣਾ, ਨਗਰ ਦੀ ਸਫਾਈ ਦਾ ਪ੍ਰਬੰਧ ਕਰਨਾ, ਵੇਸ਼ਵਾ ਇਸਤਰੀਆਂ ਤੇ ਸ਼ਰਾਬ ਪੀਣ ਵਾਲੇ ਪੁਰਸ਼ ਸੀਗੇ ਜਿਹੜੇ ਉਹਨਾਂ ਦੇ ਉੱਪਰ ਨਿਗਰਾਨੀ ਰੱਖਣਾ, ਵਪਾਰੀਆਂ ਉੱਤੇ ਕੰਟਰੋਲ ਰੱਖਣਾ, ਕਬਰਿਸਤਾਨ ਸ਼ਮਸ਼ਾਨ ਭੂਮੀ ਦਾ ਪ੍ਰਬੰਧ ਕਰਨਾ, ਸ਼ਹਿਰਾਂ ਵਿੱਚ ਆਏ ਹੋਏ ਜਿਹੜੇ ਪ੍ਰਦੇਸੀ ਉਹਨਾਂ ਦੀ ਦੇਖਭਾਲ ਕਰਨਾ, ਇਹ ਸਾਰੇ ਕੰਮ ਜਿਹੜੇ ਕੋਤਵਾਲ ਦੇ ਹੁੰਦੇ ਸੀ। ਇਸੇ ਤਰ੍ਹਾਂ ਹੀ ਸੂਬੇ ਦੇ ਵਿੱਚ ਹਰੇਕ ਮੰਤਰੀ ਅਧੀਨ ਕਈ ਕਰਮਚਾਰੀ ਤੇ ਕਲਰਕ ਵੀ ਰੱਖੇ ਹੁੰਦੇ ਸੀ, ਜਿਨ੍ਹਾਂ ਦਾ ਇੱਕ ਮੁਖੀ ਹੁੰਦਾ ਸੀ ਜਿਹਨੂੰ ਸੁਪਰਡੈਂਟ ਕਿਹਾ ਜਾਂਦਾ ਸੀਗਾ। ਉਸ ਅੱਗੇ ਪ੍ਰਾਂਤਿਕ ਰਾਜ ਪ੍ਰਬੰਧ ਦੀ ਕੁਸ਼ਲਤਾ ਦੇ ਕਾਰਨ ਪ੍ਰਾਂਤਾਂ ਦੇ ਵਿੱਚ ਜਿਹੜਾ ਕੁਸ਼ਲ ਰਾਜ ਪ੍ਰਬੰਧ ਸਥਾਪਿਤ ਕੀਤਾ ਗਿਆ ਸੀਗਾ ਉਹ ਅਕਬਰ ਦੀ ਇੱਕ ਸਲਾਹੁਣਯੋਗ ਸਫਲਤਾ ਮੰਨੀ ਗਈ ਹੈ। ਸ਼ੇਰ ਸ਼ਾਹ ਸੂਰੀ ਦੇ ਸਮੇਂ ਜਾਂ ਤੇ ਪ੍ਰਾਂਤ ਹੁੰਦੇ ਹੀ ਨਹੀਂ ਸੀਗੇ, ਉਹਨਾਂ ਦਾ ਪ੍ਰਬੰਧ ਸੀ ਜਿਹੜਾ ਉਹ ਵਧੀਆ ਤਰੀਕੇ ਦੇ ਨਾਲ ਨਹੀਂ ਕੀਤਾ ਗਿਆ ਸੀ। ਮੁਗਲ ਸਮਰਾਟ ਅਕਬਰ ਸੀ ਜਿਹੜਾ ਉਹਨੇ ਆਪਣੀ ਰਾਜਨੀਤਿਕ ਸੂਝ-ਬੂਝ ਰਾਹੀਂ ਨਾ ਸਿਰਫ ਆਪਣੇ ਵਿਸ਼ਾਲ ਸਾਮਰਾਜ ਨੂੰ ਪ੍ਰਾਂਤਾਂ ਦੇ ਵਿੱਚ ਹੀ ਵੰਡਿਆ ਸੀ, ਸਗੋਂ ਉਹਨੇ ਪ੍ਰਾਂਤਾਂ ਦੇ ਰਾਜ ਪ੍ਰਬੰਧ ਦਾ ਵੀ ਬੜੀ ਸਿਆਣਪ ਦੇ ਨਾਲ ਸੰਗਠਨ ਕੀਤਾ ਸੀਗਾ। ਉਸ ਜ਼ਮਾਨੇ ਦੇ ਵਿੱਚ ਜਦੋਂ ਕਿ ਆਵਾਜਾਈ ਦੇ ਸਾਧਨ ਸੀ ਜਿਹੜੇ ਵਧੀਆ ਨਹੀਂ ਸੀਗੇ, ਪ੍ਰਾਂਤਾਂ ਦੇ ਉੱਤੇ ਕੰਟਰੋਲ ਰੱਖਣਾ ਬਹੁਤ ਔਖਾ ਸੀਗਾ ਤੇ ਅਕਬਰ ਨੇ ਪ੍ਰਾਂਤਾਂ ਦੇ ਸ਼ਾਸਨ ਪ੍ਰਬੰਧ ਨੂੰ ਸਹੀ ਤਰੀਕੇ ਦੇ ਨਾਲ ਚਲਾਉਣ ਲਈ ਕਈ ਕੰਮ ਕੀਤੇ ਸੀ, ਜਿਨ੍ਹਾਂ ਬਾਰੇ ਆਪਾਂ ਪੜਾਂਗੇ। ਪਹਿਲਾਂ ਕਿਸੇ ਪ੍ਰਾਂਤ ਦੇ ਸੂਬੇਦਾਰ ਜਾਂ ਸਿਪਾਹ ਸਲਾਰ ਸੀ ਜਿਹੜਾ ਉਹਨੂੰ ਰਾਜ ਪ੍ਰਬੰਧ ਦੀਆਂ ਸਾਰੀਆਂ ਸ਼ਕਤੀਆਂ ਨਹੀਂ ਦਿੱਤੀਆਂ ਗਈਆਂ ਸੀਗੀਆਂ। ਪ੍ਰਾਂਤਿਕ ਸ਼ਾਸਨ ਪ੍ਰਬੰਧ ਸੰਬੰਧੀ ਕੁਝ ਸ਼ਕਤੀਆਂ ਦੀਵਾਨ ਤੇ ਬਖਸ਼ੀ ਨੂੰ ਵੀ ਦਿੱਤੀਆਂ ਗਈਆਂ ਸੀਗੀਆਂ। ਇਹ ਪ੍ਰਾਂਤਿਕ ਮੰਤਰੀ ਸੀ ਜਿਹੜੇ ਉਹ ਸਿੱਧੇ ਕੇਂਦਰੀ ਸਰਕਾਰ ਦੇ ਅਧੀਨ ਹੁੰਦੇ ਸੀਗੇ ਤੇ ਉਹਨਾਂ ਨੂੰ ਸਿਪਾਹ ਸਲਾਰ ਦੀ ਸ਼ਕਤੀ ਤੋਂ ਸੁਤੰਤਰ ਰੱਖਿਆ ਗਿਆ ਸੀ। ਇਸ ਤਰ੍ਹਾਂ ਇਹ ਤਿੰਨੇ ਇੱਕ ਦੂਜੇ ਦੀ ਸ਼ਕਤੀ ਉੱਤੇ ਉਪਯੋਗੀ ਰੋਕ ਦਾ ਕੰਮ ਕਰਦੇ ਸੀ। ਨੰਬਰ 2 ਪ੍ਰਾਂਤਿਕ ਅਧਿਕਾਰੀਆਂ ਨੂੰ ਵਧੇਰੇ ਸਮੇਂ ਤੱਕ ਇੱਕੋ ਹੀ ਸਥਾਨ ਤੇ ਰਹਿਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਉਹਨਾਂ ਦੀ ਆਮ ਤੌਰ ਤੇ ਹਰ 3 ਜਾਂ 5 ਸਾਲਾਂ ਬਾਅਦ ਬਦਲੀ ਕਰ ਦਿੱਤੀ ਜਾਂਦੀ ਸੀਗੀ। ਨੰਬਰ 3 ਕਈ ਵਾਰ ਕੇਂਦਰੀ ਸਰਕਾਰ ਸੀ ਜਿਹੜੀ ਪ੍ਰਾਂਤ ਦੇ ਵਿਦਰੋਹੀ ਜਿਹੜੇ ਹੁੰਦੇ ਸੀਗੇ ਜਾਂ ਪ੍ਰਾਂਤ ਦੇ ਆਸ-ਪਾਸ ਸੁਤੰਤਰ ਹਾਕਮ ਸੀ ਜਿਹੜੇ ਉਹਨਾਂ ਦੇ ਵਿਰੁੱਧ ਵੀ ਆਪਣੀ ਸੈਨਾ ਭੇਜ ਦਿੰਦੀ ਸੀ। ਨੰਬਰ 4 ਕਈ ਪ੍ਰਾਂਤਾਂ ਦੇ ਖਾਸ ਸਥਾਨਾਂ ਤੇ ਕੇਂਦਰੀ ਸਰਕਾਰ ਸੀ ਜਿਹੜੀ ਉਹ ਆਪਣੇ ਥਾਣੇਦਾਰ ਨਿਯੁਕਤ ਕਰਦੀ ਸੀ ਜੋ ਪ੍ਰਾਂਤ ਦੀ ਸਰਕਾਰ ਦੇ ਅਧੀਨ ਨਹੀਂ ਹੁੰਦੇ ਸੀਗੇ। ਨੰਬਰ 5 ਹਰ ਇੱਕ ਸਰਕਾਰ ਦੇ ਫੌਜਦਾਰ ਦੀ ਨਿਯੁਕਤੀ ਵੀ ਕੇਂਦਰੀ ਸਰਕਾਰ ਦੇ ਵੱਲੋਂ ਕੀਤੀ ਜਾਂਦੀ ਸੀ ਤੇ ਉਹ ਕੇਂਦਰੀ ਸਰਕਾਰ ਦੇ ਹੁਕਮ ਨੂੰ ਮੰਨਣ ਲਈ ਸਦਾ ਤਿਆਰ ਰਹਿੰਦਾ ਸੀ। ਤੇ ਨੰਬਰ 6 ਆ ਹਰ ਇੱਕ ਪ੍ਰਾਂਤ ਦੇ ਵਿੱਚ ਕੇਂਦਰੀ ਸਰਕਾਰ ਦੇ ਖੁਫੀਆ ਨਵੀਸ ਵੀ ਹੁੰਦੇ ਸੀਗੇ ਜਿਹੜੇ ਗੁਪਤ ਰੂਪ ਦੇ ਵਿੱਚ ਪ੍ਰਾਂਤ ਦੀਆਂ ਸਾਰੀਆਂ ਖਬਰਾਂ ਕੇਂਦਰੀ ਸਰਕਾਰ ਤੱਕ ਪਹੁੰਚਾ ਦਿੰਦੇ ਸੀਗੇ। ਉਹ ਸਿਪਾਹ ਸਲਾਰ ਦੀਵਾਨ ਤੇ ਬਖਸ਼ੀ ਦੀਆਂ ਜਿਹੜੀਆਂ ਵੀ ਹਰਕਤਾਂ ਹੁੰਦੀਆਂ ਸੀ ਉਹਨਾਂ ਬਾਰੇ ਵੀ ਕੇਂਦਰੀ ਸਰਕਾਰ ਨੂੰ ਜਾਣੂ ਕਰਵਾਉਂਦੇ ਸੀਗੇ। ਨੰਬਰ 7 ਬਾਦਸ਼ਾਹ ਸੀ ਜਿਹੜਾ ਆਪ ਵੀ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ ਜਾ ਕੇ ਦੌਰਾ ਕਰਦਾ ਰਹਿੰਦਾ ਸੀ ਵੀ ਤਾਂ ਜੋ ਉਹਨਾਂ ਨੂੰ ਜਿਹੜੇ ਪ੍ਰਾਂਤਾਂ ਦੇ ਵਿੱਚ ਰਾਜ ਪ੍ਰਬੰਧ ਚੱਲ ਰਿਹਾ ਉਹ ਕਿਸ ਤਰੀਕੇ ਨਾਲ ਚੱਲ ਰਿਹਾ ਉਸ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਰਹੇ। ਨੰਬਰ 8 ਹੈ ਬਾਦਸ਼ਾਹ ਨਿਯਮ ਅਨੁਸਾਰ ਆਪਣੇ ਹੁਕਮਨਾਮੇ ਹਰ ਇੱਕ ਪ੍ਰਾਂਤ ਦੇ ਵਿੱਚ ਭੇਜਦਾ ਰਹਿੰਦਾ ਸੀਗਾ ਤੇ ਇਹਨਾਂ ਹੁਕਮਨਾਮਿਆਂ ਨੂੰ ਬੜੇ ਸਤਿਕਾਰ ਦੇ ਨਾਲ ਖਾਸ ਰਸਮ ਦੇ ਨਾਲ ਸਵੀਕਾਰ ਕੀਤਾ ਜਾਂਦਾ ਸੀਗਾ ਤੇ ਉਹਨਾਂ ਨੂੰ ਪ੍ਰਾਂਤਾਂ ਦੇ ਵਿੱਚ ਲਾਗੂ ਵੀ ਕੀਤਾ ਜਾਂਦਾ ਸੀ। ਨੰਬਰ 9
ਪ੍ਰਾਂਤਿਕ ਅਧਿਕਾਰੀਆਂ ਵਿਰੁੱਧ ਕੀਤੀਆਂ ਗਈਆਂ ਜਿਹੜੀਆਂ ਸ਼ਿਕਾਇਤਾਂ ਸੀ ਉਹਨਾਂ ਦੀ ਜਾਂਚ ਪੜਤਾਲ ਕਰਨ ਦੇ ਵਾਸਤੇ ਸਮਰਾਟ ਵੱਲੋਂ ਕਮਿਸ਼ਨ ਨਿਯੁਕਤ ਕੀਤੇ ਜਾਂਦੇ ਸੀਗੇ ਤੇ ਅਪਰਾਧੀ ਸੀ ਜਿਹੜੇ ਉਹਨਾਂ ਨੂੰ ਜਿਹੜੇ ਅਪਰਾਧੀ ਅਧਿਕਾਰੀ ਹੁੰਦੇ ਸੀ ਉਹਨਾਂ ਨੂੰ ਸਖਤ ਸਜ਼ਾਵਾਂ ਵੀ ਦਿੱਤੀਆਂ ਜਾਂਦੀਆਂ ਸੀ। ਬੁੱਧੀਮਾਨ ਅਕਬਰ ਰਾਹੀਂ ਸਥਾਪਿਤ ਕੀਤਾ ਗਿਆ ਜਿਹੜਾ ਪ੍ਰਾਂਤਿਕ ਰਾਜ ਪ੍ਰਬੰਧ ਸੀ ਉਹ ਲਗਭਗ 1.5 ਸਦੀ ਤੱਕ ਸਫਲਤਾਪੂਰਵਕ ਚੱਲਦਾ ਰਿਹਾ ਤੇ ਔਰੰਗਜ਼ੇਬ ਦੇ ਸਮੇਂ ਇਹਨਾਂ ਦੇ ਵਿੱਚੋਂ ਕਈ ਉਪਾਅ ਸੀ ਜਿਹੜੇ ਖਤਮ ਕੀਤੇ ਗਏ ਸੀ ਤੇ ਜਿਸ ਕਾਰਨ ਪ੍ਰਾਂਤਿਕ ਪ੍ਰਸ਼ਾਸਨ ਜਿਹੜਾ ਉਹ ਵਿਗੜਨਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਇਹ ਮੁਗਲ ਸਾਮਰਾਜ ਦੇ ਪਤਨ ਦਾ ਇੱਕ ਕਾਰਨ ਬਣਿਆ। ਉਸ ਅੱਗੇ ਸਰਕਾਰ ਦਾ ਪ੍ਰਬੰਧ ਹਰ ਇੱਕ ਸੂਬੇ ਨੂੰ ਕਈ ਸਰਕਾਰਾਂ ਦੇ ਵਿੱਚ ਵੰਡਿਆ ਸੀਗਾ ਤੇ ਪਹਿਲਾਂ ਇਹਨਾਂ ਸਰਕਾਰਾਂ ਦੀ ਗਿਣਤੀ ਸੀ ਜਿਹੜੀ 134 ਸੀਗੀ ਤੇ ਬਾਅਦ ਵਿੱਚ 192 ਹੋ ਗਈ ਸੀ। ਸਰਕਾਰ ਦੇ ਪ੍ਰਬੰਧ ਲਈ ਫੌਜਦਾਰ, ਆਮਿਲ, ਗੁਜ਼ਾਰ, ਬਿਤਿਚਕੀ ਤੇ ਖਜ਼ਾਨੇਦਾਰ ਹੁੰਦੇ ਸੀਗੇ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਫੌਜਦਾਰ ਕਿਹੜੇ ਹੁੰਦੇ ਸੀਗੇ। ਫੌਜਦਾਰ ਸੀ ਜਿਹੜੇ ਸਰਕਾਰ ਦਾ ਸੈਨਿਕ ਤੇ ਕਾਰਜਪਾਲ ਪਾਲਕ ਮੁਖੀ ਹੁੰਦਾ ਸੀਗਾ। ਉਸ ਦੇ ਕੰਮ ਲਗਭਗ ਉਹੀ ਸੀਗੇ ਜਿਹੜੇ ਸ਼ੇਰਸ਼ਾਹ ਸੂਰੀ ਦੇ ਸਮੇਂ ਸਿੱਖਦਾਰ ਦੇ ਹੋਇਆ ਕਰਦੇ ਸੀਗੇ। ਉਹ ਸਰਕਾਰ ਦੇ ਵਿੱਚ ਸ਼ਾਂਤੀ ਤੇ ਵਿਵਸਥਾ ਸਥਾਪਿਤ ਕਰਦਾ ਸੀ, ਸਮਰਾਟ ਦੇ ਹੁਕਮਾਂ ਨੂੰ ਲਾਗੂ ਕਰਦਾ ਸੀ, ਚੋਰਾਂ ਤੇ ਡਾਕੂਆਂ ਤੋਂ ਲੋਕਾਂ ਦੀ ਰੱਖਿਆ ਕਰਦਾ ਸੀ ਤੇ ਆਪਣੇ ਕੰਮਕਾਜਾਂ ਨੂੰ ਸਹੀ ਤਰੀਕੇ ਦੇ ਨਾਲ ਸਿਰੇ ਚਾੜਨ ਦੇ ਵਾਸਤੇ ਉਹਨੇ ਇੱਕ ਛੋਟੀ ਜਿਹੀ ਸੈਨਿਕ ਟੁਕੜੀ ਵੀ ਤਿਆਰ ਕੀਤੀ ਵੀ ਸੀ। ਸੈਕਿੰਡ ਹੈ ਆਮਿਲ ਗੁਜ਼ਾਰ। ਆਮਿਲ ਗੁਜ਼ਾਰ ਸਰਕਾਰ ਦੇ ਵਿੱਤ ਵਿਭਾਗ ਦਾ ਮੁਖੀ ਹੁੰਦਾ ਸੀਗਾ। ਉਸ ਦੇ ਮੁੱਖ ਕੰਮ ਕੀ ਹੁੰਦੇ ਸੀਗੇ? ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ, ਉਪਜ ਵਧਾਉਣ ਦੇ ਯਤਨ ਕਰਨਾ, ਛੋਟੇ ਕਰਮਚਾਰੀ ਜਿਹੜੇ ਉਹਨਾਂ ਦੇ ਕੰਮਾਂ ਦਾ ਨਿਰੀਖਣ ਕਰਨਾ ਤੇ ਦੀਵਾਨ ਨੂੰ ਆਪਣੇ ਪ੍ਰਦੇਸ਼ ਦੀ ਭੂਮੀ ਕਰ ਦੀ ਹਾਲਤ ਦੇ ਸੰਬੰਧ ਵਿੱਚ ਸੂਚਿਤ ਕਰਨਾ। ਨੰਬਰ 3 ਹੈ ਬਿਤਿਚਕੀ ਤੇ ਖਜ਼ਾਨੇਦਾਰ। ਆਮਲ ਗੁਜ਼ਾਰ ਸੀ ਜਿਹੜਾ ਇਹਦੀ ਸਹਾਇਤਾ ਵਾਸਤੇ ਉਹਨਾਂ ਨੇ 2 ਕਰਮਚਾਰੀ ਵੀ ਰੱਖੇ ਹੋਏ ਸੀਗੇ। ਉਹ ਕਿਹੜੇ ਸੀਗੇ? ਬਿਤਿਚਕੀ ਤੇ ਖਜ਼ਾਨੇਦਾਰ। ਬਿਤਿਚਕੀ ਜਿਹੜਾ ਸੀਗਾ ਇਹ ਭੂਮੀਕਾਰ ਤੇ ਉਪਜ ਦੇ ਨਾਲ ਸੰਬੰਧਿਤ ਜਿੰਨੇ ਵੀ ਰਿਕਾਰਡ ਸੀ ਸਾਰੇ ਰੱਖਦਾ ਸੀਗਾ ਤੇ ਕਾਨੂੰਗੋ ਦੇ ਕੰਮਾਂ ਦੀ ਨਿਗਰਾਨੀ ਕਰਦਾ ਸੀ। ਜਿਹੜਾ ਖਜ਼ਾਨੇਦਾਰ ਸੀਗਾ ਉਹ ਕਿਸਾਨਾਂ ਤੋਂ ਇਕੱਠੇ ਕੀਤੇ ਗਏ ਧਨ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਸੁਰੱਖਿਅਤ ਰੱਖਦਾ ਸੀ। ਖਜ਼ਾਨੇ ਦੀ ਇੱਕ ਚਾਬੀ ਸੀ ਜਿਹੜੀ ਆਮਲ ਗੁਜ਼ਾਰ ਕੋਲ ਹੁੰਦੀ ਸੀ ਤੇ ਦੂਜੀ ਹੁੰਦੀ ਸੀ ਖਜ਼ਾਨੇਦਾਰ ਕੋਲ। ਉਸ ਤੋਂ ਅੱਗੇ ਪਰਗਨੇ ਦਾ ਪ੍ਰਬੰਧ। ਹਰ ਇੱਕ ਸਰਕਾਰ ਸੀ ਜਿਹੜੀ ਉਹ ਕਈ ਪਰਗਨਿਆਂ ਦੇ ਵਿੱਚ ਵੰਡੀ ਹੁੰਦੀ ਸੀ। ਪਰਗਨਿਆਂ ਦੀ ਕੁੱਲ ਗਿਣਤੀ ਸੀ ਜਿਹੜੀ ਉਹ 2874 ਤੋਂ ਲੈ ਕੇ 4152 ਹੁੰਦੀ ਸੀ। ਪਰਗਨੇ ਦੇ ਕਰਮਚਾਰੀ ਸੀ ਜਿਹੜੇ ਤੇ ਉਹ ਕਰਮਚਾਰੀ ਤੇ ਉਹਨਾਂ ਦੇ ਕੰਮ ਕਿਹੜੇ ਹੁੰਦੇ ਸੀ ਉਹਨਾਂ ਬਾਰੇ ਪੜਾਂਗੇ। ਪਹਿਲਾਂ ਹੁੰਦਾ ਸੀ ਸਿੱਕਦਾਰ। ਸਿੱਕਦਾਰ ਸੀ ਜਿਹੜਾ ਪਰਗਨੇ ਦੇ ਪ੍ਰਬੰਧ ਦਾ ਮੁਖੀ ਹੁੰਦਾ ਸੀਗਾ। ਉਸ ਦੇ ਕੰਮ ਪਰਗਨੇ ਵਿੱਚ ਸ਼ਾਂਤੀ ਸਥਾਪਿਤ ਕਰਨਾ, ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਨਾ ਤੇ ਆਮਿਲ ਨੂੰ ਭੂਮੀ ਕਰ ਇਕੱਠਾ ਕਰਨ ਦੇ ਵਿੱਚ ਉਸਦੀ ਸਹਾਇਤਾ ਕਰਨਾ ਹੁੰਦਾ ਸੀ। ਸੈਕਿੰਡ ਕੀ ਆ? ਆਮਿਲ। ਆਮਿਲ ਪਰਗਨੇ ਦੇ ਵਿੱਤ ਵਿਭਾਗ ਦਾ ਮੁਖੀ ਹੁੰਦਾ ਸੀ। ਉਸ ਨੂੰ ਮੁਨਸਫ ਵੀ ਕਹਿੰਦੇ ਸੀਗੇ ਤੇ ਉਹਦਾ ਮੁੱਖ ਕੰਮ ਕੀ ਹੁੰਦਾ ਸੀ? ਭੂਮੀ ਕਰ ਇਕੱਠਾ ਕਰਨਾ ਤੇ ਉਸ ਤੋਂ ਬਿਨਾਂ ਉਹ ਦੀਵਾਨੀ ਮੁਕੱਦਮੇ ਜਿਹੜੇ ਹੁੰਦੇ ਸੀ ਉਹਨਾਂ ਦਾ ਵੀ ਫੈਸਲਾ ਕਰਦਾ ਸੀ। ਨੰਬਰ 3 ਹੈ ਕਾਨੂੰਗੋ ਤੇ ਪੋਤਦਾਰ ਜਾਂ ਕਾਰਕੁਨ। ਆਮਲ ਦੀ ਸਹਾਇਤਾ ਕਰਨ ਲਈ 2 ਕਰਮਚਾਰੀ ਹੁੰਦੇ ਸੀਗੇ, ਕਾਨੂੰਗੋ ਤੇ ਪੋਤਗਾਰ। ਕਾਨੂੰਗੋ ਜਿਹੜਾ ਹੁੰਦਾ ਸੀ ਇਹ ਲਗਾਨ ਸੰਬੰਧੀ ਸਾਰੇ ਰਿਕਾਰਡ ਰੱਖਦਾ ਸੀਗਾ ਤੇ ਪਟਵਾਰੀਆਂ ਦੇ ਕੰਮਾਂ ਦੀ ਜਾਂਚ ਪੜਤਾਲ ਕਰਦਾ ਸੀ ਤੇ ਪੋਤਦਾਰ ਪਰਗਨੇ ਦਾ ਖਜ਼ਾਨਚੀ ਹੁੰਦਾ ਸੀ ਤੇ ਹਰ ਇੱਕ ਪਰਗਨੇ ਦੇ ਵਿੱਚ ਕਾਰਕੁਨ ਵੀ ਹੁੰਦੇ ਸੀਗੇ ਜਿਹੜੇ ਵੱਖ-ਵੱਖ ਕਿਸਮ ਦੇ ਸਾਰੇ ਰਿਕਾਰਡ ਰੱਖਦੇ ਸੀਗੇ। ਅਕਬਰ ਦੇ ਰਾਜਕਾਲ ਦੇ ਵਿੱਚ ਰਿਕਾਰਡ ਸੀ ਜਿਹੜੇ ਉਹ ਫਾਰਸੀ ਭਾਸ਼ਾ ਦੇ ਵਿੱਚ ਰੱਖੇ ਜਾਂਦੇ ਸੀ। ਉਸ ਤੋਂ ਅੱਗੇ ਪਿੰਡ ਦਾ ਪ੍ਰਬੰਧ। ਗ੍ਰਾਮ ਦਾ ਪ੍ਰਬੰਧ ਮੁਕੱਦਮ ਤੇ ਪੰਚਾਇਤ ਦੇ ਹੱਥਾਂ ਦੇ ਵਿੱਚ ਹੁੰਦਾ ਸੀਗਾ। ਮੁਕੱਦਮ ਦਾ ਕੰਮ ਕੀ ਹੁੰਦਾ ਸੀ? ਪਿੰਡਾਂ ਦੇ ਵਿੱਚੋਂ ਲਗਾਨ ਇਕੱਠਾ ਕਰਨਾ, ਚੌਕੀਦਾਰ ਦੀ ਮਦਦ ਨਾਲ ਪਿੰਡ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਤੇ ਪੰਚਾਇਤ ਦਾ ਕੀ ਹੁੰਦਾ ਸੀਗਾ ਵੀ ਜਿਸ ਵਿੱਚ ਪਿੰਡ ਦੇ ਪ੍ਰਭਾਵਸ਼ਾਲੀ ਵਿਅਕਤੀ ਹੁੰਦੇ ਸੀਗੇ, ਕਈ ਕੰਮ ਕਰਦੀ ਸੀਗੀ ਉਹ। ਪਿੰਡਾਂ ਦੀ ਸਫਾਈ, ਸਿੱਖਿਆ ਦਾ ਪ੍ਰਬੰਧ, ਛੋਟੇ-ਮੋਟੇ ਝਗੜਿਆਂ ਦਾ ਫੈਸਲਾ ਕਰਨਾ, ਲੋਕਾਂ ਦੀ ਧਾਰਮਿਕ ਉੱਨਤੀ ਲਈ ਯਤਨ ਕਰਨਾ, ਮੇਲਿਆਂ ਤੇ ਤਿਉਹਾਰਾਂ ਦਾ ਪ੍ਰਬੰਧ ਕਰਨਾ, ਇਹ ਸਾਰੇ ਕੰਮ ਸੀ ਜਿਹੜੇ ਉਹ ਪੰਚਾਇਤ ਦੇ ਹੁੰਦੇ ਸੀ। ਉਸ ਤੋਂ ਅੱਗੇ ਆਪਣਾ ਹੈਗਾ ਵਿੱਤੀ ਪ੍ਰਸ਼ਾਸਨ। ਸ਼ਾਸਨ ਪ੍ਰਬੰਧ ਵਿੱਚ ਵਿੱਤ ਦੇ ਮਹੱਤਵ ਨੂੰ ਸਮਝਦੇ ਹੋਏ ਅਕਬਰ ਸੀ ਜਿਹੜਾ ਉਹਨੇ ਕੁਸ਼ਲ ਵਿੱਤੀ ਪ੍ਰਬੰਧ ਦੀ ਵੀ ਵਿਵਸਥਾ ਕੀਤੀ ਸੀਗੀ। ਰਾਜ ਦੀ ਆਮਦਨ ਦਾ ਮੁੱਖ ਸਾਧਨ ਉਸ ਸਮੇਂ ਸਿਰਫ ਭੂਮੀਕਰ ਹੀ ਸੀਗਾ, ਇਸ ਕਰਕੇ ਉਹਨਾਂ ਨੇ ਲਗਾਨ ਪ੍ਰਣਾਲੀ ਦੇ ਵੱਲ ਧਿਆਨ ਦਿੱਤਾ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਲਗਾਨ ਪ੍ਰਣਾਲੀ ਕੀ ਸੀ। ਅਕਬਰ ਦੀਆਂ ਸਭ ਤੋਂ ਮਹਾਨ ਉਪਲਬਧੀਆਂ ਸੀ ਜਿਹੜੀਆਂ ਉਹਨਾਂ ਦੇ ਵਿੱਚੋਂ ਸਭ ਤੋਂ ਵਧੀਆ ਉਹਦਾ ਕੰਮ ਕਿਹੜਾ ਸੀਗਾ? ਲਗਾਨ ਪ੍ਰਣਾਲੀ ਦੀ ਵਿਵਸਥਾ ਕਰਨਾ। ਮੁਗਲ ਸਮਰਾਟ ਤੋਂ ਪਹਿਲਾਂ ਸ਼ੇਰ ਸ਼ਾਹ ਸੂਰੀ ਨੇ ਲਗਾਨ ਪ੍ਰਣਾਲੀ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਸੰਗਠਿਤ ਕੀਤਾ ਸੀ। ਅਕਬਰ ਨੇ ਵੀ ਉਸ ਨੂੰ ਅਪਣਾ ਲਿਆ ਸੀ ਤੇ ਉਹਦੇ ਵਿੱਚ ਕਈ ਸੁਧਾਰ ਵੀ ਕੀਤੇ ਸੀਗੇ, ਪਰੰਤੂ ਸਾਰੇ ਸਾਮਰਾਜ ਦੇ ਵਿੱਚ ਇਕਸਾਰ ਲਗਾਨ ਪ੍ਰਣਾਲੀ ਚਾਲੂ ਨਹੀਂ ਕੀਤੀ ਗਈ ਸੀਗੀ। ਸਾਮਰਾਜ ਦੇ ਜਿਹੜੇ ਬਹੁਤ ਸਾਰੇ ਹਿੱਸੇ ਸੀ ਉਹਨਾਂ ਵਿੱਚ ਜ਼ਬਤੀ ਪ੍ਰਣਾਲੀ ਸਥਾਪਿਤ ਕੀਤੀ ਗਈ ਸੀਗੀ। ਕਈ ਹਿੱਸਿਆਂ ਦੇ ਵਿੱਚ ਨਸਕ ਤੇ ਕਈਆਂ ਦੇ ਵਿੱਚ ਗੱਲਾ ਬਖਸ਼ ਜਿਹੜੀ ਪ੍ਰਣਾਲੀ ਸੀ ਪ੍ਰਚਲਿਤ ਸੀ। ਸਭ ਤੋਂ ਪਹਿਲਾਂ ਆਪਾਂ ਪੜਾਂਗੇ ਜ਼ਬਤੀ ਪ੍ਰਣਾਲੀ ਕੀ ਸੀ।
1570 ਈਸਵੀ ਤੋਂ ਲੈ ਕੇ 1580 ਈਸਵੀ ਤੱਕ 10 ਸਾਲਾਂ ਦੇ ਤਜਰਬਿਆਂ ਤੋਂ ਬਾਅਦ ਅਕਬਰ ਸੀ ਜਿਹੜਾ ਉਹਨੇ ਮੁਜ਼ੱਫਰ ਖਾਨ ਤੇ ਟੋਡਰਮਲ ਦੀ ਸਹਾਇਤਾ ਨਾਲ ਇੱਕ ਲਗਾਨ ਪ੍ਰਣਾਲੀ ਸ਼ੁਰੂ ਕੀਤੀ ਸੀਗੀ, ਜਿਹਨੂੰ ਕਹਿੰਦਾ ਸੀ ਜ਼ਬਤੀ ਪ੍ਰਣਾਲੀ ਜਾਂ ਟੋਡਰਮਲ ਦਾ ਬੰਦੋਬਸਤ। ਇਹ ਪ੍ਰਣਾਲੀ ਸੀ ਜਿਹੜੀ ਲਾਹੌਰ, ਆਗਰਾ, ਦਿੱਲੀ, ਇਲਾਹਾਬਾਦ, ਮਾਲਵਾ, ਅਜਮੇਰ, ਆਬਦ ਤੇ ਮੁਲਤਾਨ ਦੇ ਸੂਬਿਆਂ ਦੇ ਵਿੱਚ ਸ਼ੁਰੂ ਕੀਤੀ ਗਈ ਸੀ। ਇਹਦੀਆਂ ਵਿਸ਼ੇਸ਼ਤਾਵਾਂ ਕੀ ਸੀਗੀਆਂ? ਪਹਿਲੀ ਕੀ ਹੈ, ਭੂਮੀ ਦੀ ਪੈਮਾਇਸ਼, ਮਤਲਬ ਭੂਮੀ ਦੀ ਮਿਹਨਤੀ। ਜ਼ਬਤੀ ਪ੍ਰਣਾਲੀ ਦੇ ਅਨੁਸਾਰ ਸਭ ਤੋਂ ਪਹਿਲਾਂ ਜਿਹੜੀ ਵਾਹੀਯੋਗ ਭੂਮੀ ਸੀ ਉਹਦੀ ਪੈਮਾਇਸ਼ ਕੀਤੀ ਜਾਂਦੀ ਸੀਗੀ। ਉਸ ਤੋਂ ਬਾਅਦ ਜਿਸ ਗਾਜ ਦੀ ਵਰਤੋਂ ਕੀਤੀ ਜਾਂਦੀ ਸੀ ਉਹ 33 ਇੰਚ ਦਾ ਸੀਗਾ ਤੇ ਜ਼ਮੀਨ ਦਾ 1 ਬਿੱਘਾ ਸੀ ਜਿਹੜਾ ਉਹ 3600 ਵਰਗ ਗਜ ਦਾ ਹੁੰਦਾ ਸੀਗਾ। ਮੁਗਲ ਬਾਦਸ਼ਾਹ ਨੇ ਸ਼ੇਰ ਸ਼ਾਹ ਸੂਰੀ ਦੇ ਸਮੇਂ ਦੀ ਰੱਸੀ ਦੀ ਥਾਂ ਤੇ ਇੱਕ ਨਵੀਂ ਜ਼ਰੀਬ ਲਾਗੂ ਕੀਤੀ ਸੀ। ਉਹ ਬਾਂਸ ਦੀ ਬਣੀ ਹੁੰਦੀ ਸੀਗੀ ਤੇ ਉਸਦੇ ਦੋਵਾਂ ਸਿਰਿਆਂ ਤੇ ਲੋਹੇ ਦੀਆਂ ਪੱਤੀਆਂ ਲੱਗੀਆਂ ਹੁੰਦੀਆਂ ਸੀ, ਜਿਹਦੇ ਨਾਲ ਭੂਮੀ ਦੀ ਮਿਹਨਤੀ ਕੀਤੀ ਜਾਂਦੀ ਸੀ। ਸੈਕਿੰਡ ਹੈ ਭੂਮੀ ਦਾ ਵਰਗੀਕਰਨ। ਭੂਮੀ ਉਪਜ ਨੂੰ ਠੀਕ ਤਰ੍ਹਾਂ ਜਾਂਚਣ ਦੇ ਵਾਸਤੇ ਅਕਬਰ ਸੀ ਜਿਹੜਾ ਉਹਨੇ ਬੜੇ ਵਿਗਿਆਨਕ ਢੰਗ ਦੇ ਨਾਲ ਭੂਮੀ ਸੀ ਜਿਹੜੀ ਨੂੰ 4 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਪਹਿਲੀ ਸੀ ਪੋਲਾਜ। ਪੋਲਾਜ ਦੀ ਇਹ ਸਭ ਤੋਂ ਵਧੀਆ ਦਰਜੇ ਦੀ ਭੂਮੀ ਹੁੰਦੀ ਸੀਗੀ ਤੇ ਇਹਦੇ ਵਿੱਚ ਸਾਰਾ ਸਾਲ ਖੇਤੀ ਜਿਹੜੀ ਉਹ ਕੀਤੀ ਜਾ ਸਕਦੀ ਸੀਗੀ। ਦੂਜੀ ਹੈ ਪਰੌਤੀ। ਇਹ ਦੂਸਰੇ ਦਰਜੇ ਦੀ ਸੀ, ਇਹਦੇ ਵਿੱਚ ਲਗਾਤਾਰ ਖੇਤੀ ਨਹੀਂ ਕੀਤੀ ਜਾਂਦੀ ਸੀਗੀ। ਇਹਨੂੰ ਜਦੋਂ ਇੱਕ ਵਾਰ ਭੂਮੀ ਉਪਜ ਹੋ ਜਾਂਦੀ ਸੀ ਉਸ ਤੋਂ ਬਾਅਦ ਸਾਲ ਜਾਂ 2 ਸਾਲ ਵਾਸਤੇ ਇਹਨੂੰ ਖਾਲੀ ਛੱਡਿਆ ਜਾਂਦਾ ਸੀਗਾ। ਤੀਸਰੀ ਹੈ ਛੱਛਰ। ਇਹ ਤੀਜੇ ਦਰਜੇ ਸੀ, ਇਹਦੇ ਵਿੱਚ 3 ਫਸਲ ਜਦੋਂ ਇੱਕ ਵਾਰ ਹੋ ਜਾਂਦੀ ਸੀ ਉਸ ਤੋਂ ਬਾਅਦ 3 ਜਾਂ 4 ਸਾਲਾਂ ਤੱਕ ਕੋਈ ਫਸਲ ਨਹੀਂ ਬੀਜੀ ਜਾਂਦੀ ਸੀਗੀ। ਚੌਥੀ ਹੈ ਬੰਜਰ ਭੂਮੀ ਤੇ ਇਹ ਜਿਹੜੀ ਚੌਥੇ ਤੇ ਸਭ ਤੋਂ ਘਟੀਆ ਦਰਜੇ ਦੀ ਭੂਮੀ ਹੁੰਦੀ ਸੀ। ਇਹਦੇ ਵਿੱਚ ਇਹ ਕੁਝ ਪੈਦਾਵਾਰ ਲੈਣ ਤੋਂ ਬਾਅਦ 5 ਸਾਲਾਂ ਤੋਂ ਜ਼ਿਆਦਾ ਸਮੇਂ ਤੱਕ ਵੀ ਇਹਨੂੰ ਕਈ ਵਾਰ ਖਾਲੀ ਛੱਡਣਾ ਪੈਂਦਾ ਸੀ। ਉਸ ਤੋਂ ਅੱਗੇ ਆਪਣਾ ਹੈਗਾ ਪੋਲਜ ਅਤੇ ਪਰੌਤੀ ਨੂੰ ਫਿਰ ਅਗਾਂਹ ਉਹਨੇ 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ। ਵਧੀਆ ਕਿਸਮ ਦੀ, ਵਿਚਕਾਰਲੀ ਕਿਸਮ ਦੀ ਤੇ ਘਟੀਆ ਕਿਸਮ ਦੀ। ਇਹ ਜਿਹੜੇ 3 ਕਿਸਮ ਸੀਗੀਆਂ ਇਹਦੇ ਵਿੱਚ ਕੁੱਲ ਉਪਜ ਦੀ ਔਸਤ ਉਪਜ ਕੱਢੀ ਜਾਂਦੀ ਸੀਗੀ ਤੇ ਬਾਅਦ ਵਿੱਚ ਉਹਦੇ ਵਿੱਚੋਂ ਹੀ ਸਰਕਾਰ ਦਾ ਕੁਝ ਹਿੱਸਾ ਸੀ ਜਿਹੜਾ ਉਹ ਨਿਸ਼ਚਿਤ ਕੀਤਾ ਜਾਂਦਾ ਸੀਗਾ। ਉਸ ਤੋਂ ਅੱਗੇ ਨੰਬਰ 3 ਹੈ ਭੂਮੀ ਕਰ ਜਾਂ ਸਰਕਾਰੀ ਹਿੱਸਾ। ਪੋਲਾਜ ਤੇ ਪਰੌਤੀ ਜਿਹੜੀ ਕਿਸਮ ਦੀ ਧਰਤੀ ਸੀ ਉਹਦੇ ਵਿੱਚੋਂ ਸਰਕਾਰ ਸੀ ਜਿਹੜੀ ਜਿੰਨੀ ਉਪਜ ਹੁੰਦੀ ਸੀ ਉਹਦਾ 1/3 ਹਿੱਸਾ ਜਿਹੜਾ ਲਗਾਨ ਦੇ ਰੂਪ ਵਿੱਚ ਲੈ ਲੈਂਦੀ ਸੀ। ਜਿਹੜੀ ਛੱਛਰ ਭੂਮੀ ਸੀ ਉਹਦੇ ਵਿੱਚੋਂ ਪਹਿਲੇ ਸਾਲ ਉਪਜ ਦਾ 1/15 ਹਿੱਸਾ, ਦੂਜੇ ਸਾਲ 2/15 ਤੇ ਤੀਜੇ ਸਾਲ 1/5, ਚੌਥੇ ਸਾਲ 4/15 ਹਿੱਸਾ ਤੇ ਪੰਜਵੇਂ ਸਾਲ 1/3 ਹਿੱਸਾ ਲਿਆ ਜਾਂਦਾ ਸੀਗਾ। ਇਸੇ ਤਰ੍ਹਾਂ ਹੀ ਬੰਜਰ ਭੂਮੀ ਦੇ ਸੰਬੰਧ ਵਿੱਚ ਵੀ ਸਰਕਾਰ ਨੇ ਉਪਜ ਦੇ ਅਨੁਸਾਰ ਹੀ ਆਪਣਾ ਹਿੱਸਾ ਜਿਹੜਾ ਹਰ ਸਾਲ ਦਾ ਨਿਸ਼ਚਿਤ ਕੀਤਾ ਹੋਇਆ ਸੀ। ਨੰਬਰ 4 ਹੈ ਲਗਾਨ ਦਾ ਅਨਾਜ ਤੋਂ ਨਕਦੀ ਰੂਪ ਵਿੱਚ ਬਦਲਣਾ। ਮੁਗਲ ਕਾਲ ਦੇ ਵਿੱਚ ਕਿਸਾਨਾਂ ਨੂੰ ਇਹ ਖੁੱਲ੍ਹ ਹੋ ਗਈ ਸੀ ਵੀ ਉਹ ਆਪਣੀ ਇੱਛਾ ਦੇ ਅਨੁਸਾਰ ਹੀ ਜਿਹੜਾ ਕਰ ਉਹ ਦੇ ਸਕਦੇ ਹੈ, ਚਾਹੇ ਉਹ ਫਸਲ ਦੇ ਰੂਪ ਵਿੱਚ ਦੇ ਦੇਣ, ਅਨਾਜ ਦੇ ਰੂਪ ਵਿੱਚ ਜਾਂ ਨਕਦੀ ਦੇ ਰੂਪ ਵਿੱਚ। ਅਨਾਜ ਨੂੰ ਉਚਿਤ ਢੰਗ ਦੇ ਨਾਲ ਧਨ ਵਿੱਚ ਤਬਦੀਲ ਕਰਨ ਦੇ ਲਈ ਵੱਖ-ਵੱਖ ਹਲਕਿਆਂ ਦੀਆਂ ਪਿਛਲੇ 10 ਸਾਲਾਂ ਦੀਆਂ ਜਿਹੜੀਆਂ ਔਸਤ ਦਰਾਂ ਸੀ ਉਹਨਾਂ ਦੇ ਆਧਾਰ ਤੇ ਸੂਚੀਆਂ ਤਿਆਰ ਕੀਤੀਆਂ ਜਾਂਦੀਆਂ ਸੀ। ਅਕਬਰ ਦੇ ਸਮੇਂ ਵੱਖ-ਵੱਖ ਪ੍ਰਦੇਸ਼ਾਂ ਦੀਆਂ 95 ਦਰ ਸੂਚੀਆਂ ਜਿਹੜੀਆਂ ਤਿਆਰ ਕੀਤੀਆਂ ਗਈਆਂ ਤੇ ਇਹਨਾਂ ਸੂਚੀਆਂ ਦੇ ਅਨੁਸਾਰ ਸਰਕਾਰ ਨੇ ਹਿੱਸਾ ਅਨਾਜ ਤੋਂ ਨਕਦੀ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਸੀ। ਨੰਬਰ 5 ਆ ਪੱਟਾ ਤੇ ਕਬੂਲੀਅਤ। ਸ਼ੇਰ ਸ਼ਾਹ ਸੂਰੀ ਸੀ ਉਹਨੇ ਉਸ ਦੇ ਸਮੇਂ ਵਾਂਗ ਅਕਬਰ ਦੇ ਸਮੇਂ ਵੀ ਸਰਕਾਰ ਵੱਲੋਂ ਪੱਟਾ ਨਾਮੀ ਪੱਤਰ ਕਿਸਾਨਾਂ ਨੂੰ ਦਿੱਤਾ ਗਿਆ ਸੀ। ਉਹਦੇ ਵਿੱਚ ਕੀ ਹੁੰਦਾ ਸੀਗਾ? ਭੂਮੀ ਦਾ ਖੇਤਰਫਲ, ਪੈਦਾਵਾਰ, ਭੂਮੀ ਕਰ, ਇਹ ਸਾਰਾ ਕੁਝ ਦਰਜ ਹੁੰਦਾ ਸੀਗਾ। ਕਿਸਾਨ ਕਬੂਲੀਅਤ ਨਾਮੀ ਸਵੀਕਾਰਤਾ ਦੇ ਪੱਤਰ ਉੱਤੇ ਦਸਤਖਤ ਕਰ ਦਿੰਦੇ ਸੀ ਤੇ ਉਹ ਸਰਕਾਰੀ ਕਰਮਚਾਰੀ ਨੂੰ ਵਾਪਸ ਦੇ ਦਿੰਦੇ ਸੀਗੇ। ਨੰਬਰ 6 ਹੈ ਲਗਾਨ ਇਕੱਠਾ ਕਰਨਾ। ਲਗਾਨ ਸਾਲ ਦੇ ਵਿੱਚ 2 ਵਾਰ ਇਕੱਠਾ ਕੀਤਾ ਜਾਂਦਾ ਸੀਗਾ। ਪਰਗਨੇ ਵਿੱਚ ਲਗਾਨ ਇਕੱਠਾ ਕਰਨ ਦਾ ਕੰਮ ਕਿਹਦਾ ਹੁੰਦਾ ਸੀ? ਆਮਿਲ ਦਾ ਹੁੰਦਾ ਸੀ। ਕਾਨੂੰਨ ਗੋ, ਪਟਵਾਰੀ ਤੇ ਮੁਕੱਦਮ ਇਹ ਸਾਰੇ ਉਹਦੀ ਆਮਿਲ ਦੀ ਸਹਾਇਤਾ ਕਰਦੇ ਸੀਗੇ। ਬੇਈਮਾਨੀ ਦੂਰ ਕਰਨ ਦੇ ਲਈ ਜ਼ਮੀਨ ਤੇ ਲਗਾਨ ਸੰਬੰਧੀ ਸਾਰੇ ਰਿਕਾਰਡਸ ਜਿਹੜੇ ਰੱਖੇ ਜਾਂਦੇ ਸੀਗੇ। ਉਸ ਤੋਂ ਅੱਗੇ ਬਟਾਈ ਪ੍ਰਣਾਲੀ। ਬਟਾਈ ਪ੍ਰਣਾਲੀ ਜਿਹੜੀ ਇਹ ਵੀ ਸਾਰੇ ਪ੍ਰਾਂਤਾਂ ਦੇ ਵਿੱਚ ਇਹਨੂੰ ਲਾਗੂ ਨਹੀਂ ਕੀਤਾ ਸੀਗਾ। ਵਿਸ਼ੇਸ਼ ਕਰਕੇ ਜਿਹੜੇ ਸਰਹੱਦੀ ਸੂਬੇ ਸੀਗੇ ਉੱਥੇ ਇਹਨਾਂ ਨੂੰ ਸ਼ੁਰੂ ਕਰਨਾ ਔਖਾ ਸੀਗਾ। ਇਸੇ ਕਰਕੇ ਸਿੰਧ, ਕਸ਼ਮੀਰ ਤੇ ਕਾਬਲ ਦੇ ਜਿਹੜੇ ਸੂਬੇ ਸੀਗੇ ਉਹਨਾਂ ਵਿੱਚ ਪੁਰਾਣੀ ਪ੍ਰਣਾਲੀ ਸੀ ਜਿਹੜੀ ਉਸੇ ਤਰ੍ਹਾਂ ਹੀ ਪ੍ਰਚਲਿਤ ਰਹੀ ਸੀ, ਜਿਸ ਨੂੰ ਬਟਾਈ ਪ੍ਰਣਾਲੀ ਜਾਂ ਗੱਲਾ ਬਖਸ਼ ਪ੍ਰਣਾਲੀ ਕਿਹਾ ਜਾਂਦਾ ਵੀ ਇਹਨਾਂ ਇਲਾਕਿਆਂ ਦੇ ਵਿੱਚ ਜ਼ਬਤੀ ਪ੍ਰਣਾਲੀ ਸ਼ੁਰੂ ਨਹੀਂ ਕੀਤੀ ਗਈ ਸੀ। ਇਸ ਪ੍ਰਣਾਲੀ ਦੇ ਅਨੁਸਾਰ ਜਦੋਂ ਫਸਲ ਕੱਟੀ ਜਾਂਦੀ ਸੀ ਉਹਨੂੰ 3 ਬਰਾਬਰ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਸੀਗਾ। 2 ਹਿੱਸੇ ਤਾਂ ਉਹਦੇ ਵਿੱਚੋਂ ਕਿਸਾਨ ਦੇ ਹੁੰਦੇ ਸੀ ਤੇ 1 ਹਿੱਸਾ ਜਿਹੜਾ ਹੁੰਦਾ ਸੀ ਉਹ ਸਰਕਾਰ ਦਾ ਹੁੰਦਾ ਸੀਗਾ। ਉਸ ਤੋਂ ਅੱਗੇ ਕਣਕੂਤ ਪ੍ਰਣਾਲੀ। ਇਹ ਜਿਹੜੇ ਪਹਿਲਾਂ ਆਪਾਂ ਪੜ੍ਹ ਚੁੱਕੇ ਹਾਂ, ਇਸ ਚੈਪਟਰ ਦੇ ਵਿੱਚ ਸਾਰਾ ਤਕਰੀਬਨ ਪਿਛਲਾ ਹੀ ਆ ਰਿਹਾ। ਬੰਗਾਲ ਤੇ ਉੜੀਸਾ ਦੇ ਜਿਹੜੇ ਪ੍ਰਾਂਤ ਸੀ ਇਹਨਾਂ ਦੇ ਵਿੱਚ ਇੱਕ ਹੋਰ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ ਜਿਹਨੂੰ ਕਣਕੂਤ ਪ੍ਰਣਾਲੀ ਜਾਂ ਨਸਕ ਪ੍ਰਣਾਲੀ ਕਿਹਾ ਜਾਂਦਾ ਸੀਗਾ।
ਤੇ ਇਹਦੇ ਵਿੱਚ ਕੀ ਹੁੰਦਾ ਸੀ ਵੀ ਸਾਰੇ ਪਿੰਡ ਦੀ ਫਸਲ ਦਾ ਇਕੱਠਾ ਅਨੁਮਾਨ ਲਗਾਇਆ ਜਾਂਦਾ ਸੀ, ਫਿਰ ਲਗਾਨ ਨਿਸ਼ਚਿਤ ਕੀਤਾ ਜਾਂਦਾ ਸੀਗਾ। ਪਿੰਡ ਦਾ ਮੁਕੱਦਮ ਉਹ ਰਕਮ ਸੀ ਜਿਹੜੀ ਸਰਕਾਰ ਨੂੰ ਦੇ ਦਿੰਦਾ ਸੀ ਤੇ ਆਪ ਉਹ ਕਿਸਾਨਾਂ ਤੋਂ ਕਰ ਵਸੂਲ ਕਰ ਲੈਂਦਾ ਸੀ। ਤੇ ਪਰੰਤੂ ਕਈ ਜਿਹੜੇ ਇਤਿਹਾਸਕਾਰ ਆ ਉਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈ ਤੇ ਨਸਕ ਪ੍ਰਣਾਲੀ ਦੇ ਅਨੁਸਾਰ ਕੀ ਹੁੰਦਾ ਸੀ ਵੀ ਸਰਕਾਰ ਸੀ ਜਿੰਨੀ ਫਸਲ ਦੀ ਪੈਦਾਵਾਰ ਹੁੰਦੀ ਸੀਗੀ ਉਹ ਤੇ ਨਹੀਂ, ਸਗੋਂ ਅਨੁਮਾਨ ਦੇ ਆਧਾਰ ਤੇ ਹੀ ਆਪਣਾ ਹਿੱਸਾ ਜਿਹੜਾ ਉਹ ਨਿਸ਼ਚਿਤ ਕਰਦੀ ਸੀਗੀ। ਨੰਬਰ 4 ਆਪਣਾ ਹੈਗਾ ਭੂਮੀ ਕਰ ਤੋਂ ਕੁੱਲ ਆਮਦਨ। ਅਕਬਰ ਦੇ ਸ਼ਾਸਨ ਕਾਲ ਦੇ ਵਿੱਚ 1594 ਈਸਵੀ ਦੇ ਵਿੱਚ ਭੂਮੀ ਕਰ ਤੋਂ ਕੁਝ ਸਾਲਾਨਾ ਆਮਦਨ ਲਗਭਗ 13 ਕਰੋੜ ਰੁਪਏ ਸੀ, ਜੋ 1605 ਈਸਵੀ ਦੇ ਵਿੱਚ 17 ਕਰੋੜ ਹੋ ਗਈ ਸੀ ਤੇ ਜਹਾਂਗੀਰ ਦੇ ਸਮੇਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ ਖਾਸ, ਤੇ ਸ਼ਾਹਜਹਾਂ ਦੇ ਸਮੇਂ ਦੇ ਵਿੱਚ ਭੂਮੀ ਕਰ ਦੀ ਰਕਮ ਸੀ ਜਿਹੜੀ ਉਹ 21 ਕਰੋੜ ਹੋ ਗਈ ਸੀ। ਔਰੰਗਜ਼ੇਬ ਦੇ ਸਮੇਂ 26 ਕਰੋੜ ਤੋਂ ਵੀ ਵੱਧ ਆਮਦਨ ਸੀ ਜਿਹੜੀ ਹੋਣੀ ਸ਼ੁਰੂ ਹੋ ਗਈ ਸੀ। ਉਸ ਤੋਂ ਅੱਗੇ ਬੇਟੇ ਆਪਣਾ ਜਿਹੜਾ ਇਹ ਹੈਗਾ ਅਕਬਰ ਦੀ ਲਗਾਨ ਪ੍ਰਣਾਲੀ ਦੀ ਸਮਾਲੋਚਨਾ ਇਹ ਆਪਾਂ ਨਹੀਂ ਕਰਨੀ, ਤੇ ਉਸ ਤੋਂ ਅੱਗੇ ਆਪਾਂ ਕਰਾਂਗੇ ਅਕਬਰ ਤੋਂ ਪਿੱਛੋਂ ਲਗਾਨ ਪ੍ਰਣਾਲੀ।